Muta is brought to you by KK Insurance. For all commercial and personal insurance needs, call 1-866-554-6799 or go to www.kkquote.com. ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਮੁੱਦਾ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ। ਸਭ ਦੀ ਖਬਰ ਲਏ, ਸਭ ਨੂੰ ਖਬਰ ਦੇ, ਖਬਰਾਂ ਦੀ ਖਬਰ ਲੈਣਾ ਇਸ ਪ੍ਰੋਗਰਾਮ ਦਾ ਮਕਸਦ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਪ੍ਰੋਗਰਾਮ ਦੇ ਫਾਰਮੈਟ ਦੇ ਮੁਤਾਬਕ ਅਸੀਂ ਆਪ ਨਾਲ ਕੁਝ ਕੁ ਚੋਣਵੀਆਂ ਸੁਰਖੀਆਂ, ਕੁਝ ਕੁ ਚੋਣਵੀਆਂ ਖਬਰਾਂ ਜਿਹੜੀਆਂ ਸਾਡੇ ਭਵਿੱਖ ਨਾਲ ਤਾਲੁਕ ਰੱਖਦੀਆਂ ਹਨ, ਜਿਹਦਾ ਸਾਡੇ ਨਾਲ ਸੰਬੰਧ ਹੈ, ਜੋ ਵਾਪਰ ਰਹੀਆਂ ਹਨ, ਉਹਨਾਂ ਬਾਰੇ ਆਪ ਨਾਲ ਗੱਲਬਾਤ ਸਾਂਝੀ ਕਰਾਂਗੇ। ਔਰ ਇਸ ਦੇ ਬਾਅਦ ਇੱਕ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਜੱਜ ਨੂੰ ਰਾਜ ਸਭਾ ਦੇ ਵਿੱਚ ਪੇਸ਼ ਹੋ ਕੇ ਆਪਣੀ ਸਫਾਈ ਦੇਣੀ ਪਈ ਔਰ ਉਸ ਹਾਈ ਕੋਰਟ ਦੇ ਜੱਜ ਨੂੰ ਮੁਅੱਤਲ ਕਰਨ ਬਾਰੇ, ਉਸ ਨੂੰ ਹਟਾਉਣ ਬਾਰੇ ਰਾਜ ਸਭਾ ਨੇ ਮਤਾ ਪਾਸ ਕਰ ਦਿੱਤਾ ਹੈ। ਇਹ ਇੱਕ ਬਹੁਤ ਵੱਡੀ ਭਾਰਤ ਦੀ ਜੁਡੀਸ਼ਰੀ ਦੇ ਇਤਿਹਾਸ ਵਿੱਚ ਇਹ ਜਿਹੜੇ ਚਾਰ ਵਿੰਗ ਹਨ, ਜੁਡੀਸ਼ਰੀ, ਲੈਜਿਸਲੇਚਰ, ਐਗਜ਼ੀਕਿਊਟਿਵ ਅਤੇ ਪ੍ਰੈਸ, ਕੋਈ ਡੈਮੋਕ੍ਰੇਸੀ ਦੇ ਇਹ ਚਾਰ ਥੰਮ ਮੰਨੇ ਜਾਂਦੇ ਹਨ। ਉਹਨਾਂ ਦੇ ਵਿੱਚ ਇਹਨਾਂ ਦੀ ਕਈ ਵਾਰ ਕਸ਼ਮਕਸ਼ ਵੀ ਹੁੰਦੀ ਹੈ, ਪਰ ਅੱਜ ਲੈਜਿਸਲੇਚਰ ਦੀ ਸੁਪਰਮੇਸੀ ਜ਼ਾਹਰ ਹੁੰਦਿਆਂ ਮਿਸਟਰ ਜਸਟਿਸ ਸੁਮਿਤਰ ਸੇਨ, ਜਿਹੜੇ ਕਲਕੱਤਾ ਹਾਈ ਕੋਰਟ ਦੇ ਜੱਜ ਸਨ, ਉਹਨਾਂ ਨੂੰ ਰਾਜ ਸਭਾ ਅੱਗੇ ਪੇਸ਼ ਹੋ ਕੇ ਆਪਣੀ ਸਫਾਈ ਦੇਣੀ ਪਈ ਔਰ ਉਹਨਾਂ ਦੇ ਉਹ ਜੋ ਬਿਆਨ ਸੀ ਉਸ ਦੇ ਰੱਦ ਕਰਦਿਆਂ ਹੋਇਆਂ ਰਾਜ ਸਭਾ ਨੇ ਮਤਾ ਪਾਸ ਕਰਕੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ। ਹੁਣ ਉਹ ਲੋਕ ਸਭਾ ਵਿੱਚ ਜਾਣਗੇ, ਮਤਾ ਜਾਏਗਾ ਔਰ ਜੇਕਰ ਉੱਥੇ ਵੀ ਪਾਸ ਹੋ ਜਾਂਦਾ ਹੈ ਤਾਂ ਫਿਰ ਦੇਸ਼ ਦੇ ਰਾਸ਼ਟਰਪਤੀ ਉਹ ਹੁਕਮ ਜਾਰੀ ਕਰਕੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦੇਣਗੇ। ਇਸ ਦੇ ਬਾਰੇ ਅਸੀਂ ਆਪ ਨੂੰ, ਕਿਉਂਕਿ ਇਹ ਜਾਣਕਾਰੀ ਭਰਪੂਰ ਮੁੱਦਾ ਹੈ, ਆਪ ਦੀ ਜਾਣਕਾਰੀ ਵਿੱਚ ਜ਼ਰੂਰ ਵਾਧਾ ਕਰੇਗਾ। ਉਸ ਸਿਸਟਮ ਨੂੰ, ਉਸ ਨਿਜ਼ਾਮ ਨੂੰ ਸਮਝਣ ਲਈ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਵਿਸ਼ੇਸ਼ ਮਹਿਮਾਨ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰ ਸਕਣਗੇ। ਜਿਹੜੀਆਂ ਸੁਰਖੀਆਂ ਹਨ, ਚੋਣਵੀਆਂ ਸੁਰਖੀਆਂ, ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਅਗਰ ਕਹਿ ਲਈ ਜਾਏ ਤਾਂ ਅੰਨਾ ਹਜ਼ਾਰੇ ਪਹਿਲੀ ਵਾਰ ਇਤਨੇ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਜਦੋਜਹਿਦ ਜਾਂ ਪ੍ਰੋਟੈਸਟ ਮੁਜ਼ਾਹਰੇ, ਸ਼ਾਇਦ ਜੈ ਪ੍ਰਕਾਸ਼ ਨਾਰਾਇਣ ਦੀ ਜਿਹੜੀ ਇੱਕ ਮੂਵਮੈਂਟ ਚੱਲੀ ਸੀ 1975 ਦੇ ਵਿੱਚ, ਉਸ ਤੋਂ ਬਾਅਦ 40 ਸਾਲ ਦੇ ਬਾਅਦ ਇਹ ਇੱਕ ਬਹੁਤ ਵੱਡੀ ਮੂਵਮੈਂਟ ਉੱਭਰ ਕੇ ਸਾਹਮਣੇ ਆਈ ਹੈ। ਇਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੰਨਾ ਹਜ਼ਾਰੇ ਦੀ ਹਮਾਇਤ ਵਿੱਚ ਮੁਜ਼ਾਹਰੇ ਹੋ ਰਹੇ ਹਨ, ਪ੍ਰੋਟੈਸਟ ਹੋ ਰਹੇ ਹਨ, ਇਹਤਜਾਜ ਕੀਤੇ ਜਾ ਰਹੇ ਹਨ। ਔਰ ਵੇਖਣ ਵਾਲੀ ਗੱਲ ਹੈ ਕਿ ਇਸ ਦੇ ਵਿੱਚ ਆਮ ਤੌਰ ਦੇ ਉੱਤੇ ਜਦੋਂ ਅਪੋਜੀਸ਼ਨ ਮੁਜ਼ਾਹਰੇ ਕਰਦੀ ਹੈ ਸਰਕਾਰ ਦੇ ਖਿਲਾਫ, ਪਰ ਇੱਕ ਬੜੀ ਵਿਚਿੱਤਰ ਜੀ ਗੱਲ ਹੈ, ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦਾ ਰਾਜ ਹੈ, ਉਹਨਾਂ ਨੇ ਸ਼ੁੱਕਰਵਾਰ ਨੂੰ ਜਿਤਨੇ ਡਿਪਟੀ ਕਮਿਸ਼ਨਰ ਹਨ ਉਹਨਾਂ ਦੇ ਸਾਹਮਣੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਹੈ। ਆਪਣੇ ਹੀ ਡਿਪਟੀ ਕਮਿਸ਼ਨਰ ਦੇ ਅੱਗੇ ਆਪ ਹੀ ਮੁਜ਼ਾਹਰਾ ਕਰਨਾ, ਕਿਉਂਕਿ ਡਿਪਟੀ ਕਮਿਸ਼ਨਰ ਸਰਕਾਰ ਨੂੰ ਜਵਾਬਦੇਹ ਹੁੰਦਾ ਹੈ, ਪਰ ਸਰਕਾਰ ਵੱਲੋਂ ਹੀ ਆਪਣੇ ਹੀ ਡਿਪਟੀ ਕਮਿਸ਼ਨਰ ਦੇ ਅੱਗੇ ਮੁਜ਼ਾਹਰੇ ਕਰਨੇ ਇੱਕ ਬੜੀ ਹੀ ਵਿਚਿੱਤਰ ਜੀ ਇੱਕ ਸਥਿਤੀ ਪੈਦਾ ਕਰਦੀ ਹੈ। ਪਰ ਖੈਰ ਅੰਨਾ ਹਜ਼ਾਰੇ ਦੀਆਂ ਤਕਰੀਬਨ ਉਹ ਮੰਗਾਂ ਮੰਨੀਆਂ ਗਈਆਂ ਔਰ ਉਹਨਾਂ ਨੇ
ਹੁਣ ਰਾਮਲੀਲਾ मैदान ਦੇ ਵਿੱਚ ਆਪਣਾ ਉਹ ਜੋ ਮਰਨ ਵਰਤ ਹੈ, ਜੋ ਭੁੱਖ ਹੜਤਾਲ ਹੈ, ਉਹ ਉਸ ਨੂੰ ਰੱਖਣਗੇ ਔਰ 14 ਦਿਨ ਦਾ ਆਪਸ ਵਿੱਚ ਸਹਿਮਤੀ ਹੋਈ ਹੈ। ਗੱਲਬਾਤ ਵੀ ਹੋ ਰਹੀ ਹੈ, ਪ੍ਰੋਟੈਸਟ ਵੀ ਹੋ ਰਿਹਾ ਹੈ ਔਰ ਇਹ ਸਾਰੇ ਦੇ ਵਿੱਚ ਮੁੱਦਾ ਜੋ ਹੈ ਉਹ ਭ੍ਰਿਸ਼ਟਾਚਾਰ ਦਾ, ਕਰਪਸ਼ਨ ਦਾ ਔਰ ਜਿਹੜਾ ਇਤਨੇ ਡੂੰਘਾਈ ਤੱਕ ਚਲਾ ਗਿਆ ਹੈ ਜਿਸ ਨੂੰ ਕੋਈ ਪਾਰਟੀ ਬਚ ਨਹੀਂ ਸਕੀ। ਔਰ ਸ਼ਾਇਦ ਅਗਰ ਇਹ ਵੀ ਕੋਈ ਅਤਕਥਨੀ ਨਹੀਂ ਹੋਏਗੀ ਜੇ ਕਹਿ ਲਿਆ ਜਾਏ ਕਿ ਦੇਸ਼ ਦਾ ਕੋਈ ਵਾਸੀ ਵੀ ਇਸ ਦੇ ਲੈਣ ਦੇਣ ਤੋਂ ਬਰੀ ਨਹੀਂ ਹੋ ਸਕਿਆ ਹੈ। ਕਿਧਰੇ ਨਾ ਕਿਧਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਦਾ ਵੀ ਆਪਣਾ ਯੋਗਦਾਨ ਇਸ ਯੱਗ ਦੇ ਵਿੱਚ ਹੈ। ਇਹ ਪਹਿਲੀ ਸੁਰਖੀ ਸੀ। ਦੂਸਰੀ ਜਿਹੜੀ ਸੁਰਖੀ ਹੈ, ਨਿਊਯਾਰਕ ਸਿਟੀ ਕਾਉਂਸਲ ਨੇ ਇੱਕ ਮਤਾ ਪਾਸ ਕਰਕੇ ਪੁਲਿਸ ਕਮਿਸ਼ਨਰ ਰੇ ਕੈਲੀ ਨੇ ਦੱਸਿਆ ਹੈ ਕਿ ਨਿਊਯਾਰਕ ਦੇ ਵਿੱਚ ਕਾਨੂੰਨ ਬਣਾ ਕੇ ਦਸਤਾਰ ਔਰ ਸਾਬਤ ਸੂਰਤ ਵਿਅਕਤੀਆਂ ਨੂੰ ਪੁਲਿਸ ਦੇ ਵਿੱਚ ਭਰਤੀ ਕਰਨ ਦੇ ਉੱਤੇ ਕੋਈ ਰੁਕਾਵਟ ਨਹੀਂ ਹੋਏਗੀ। ਇਹ ਇੱਕ ਬੜਾ ਬੁਨਿਆਦੀ ਔਰ ਮੁੱਢਲਾ ਜਿਹਾ ਇੱਕ ਪ੍ਰਸ਼ਨ ਸੀ। ਇੱਥੇ ਦੀ ਗਿਣਤੀ ਔਰ ਇੱਥੇ ਸਿੱਖ ਕੌਮ ਦੇ ਉਹਨਾਂ ਵਾਸੀਆਂ ਦੇ, ਉਹਨਾਂ ਦੇ ਆਪਣੇ ਵਿਵਹਾਰ ਕਰਕੇ ਇਹ ਕਹਿ ਲਿਆ ਜਾਏ ਕਿ ਸਰਕਾਰ ਨੇ ਅਗਰ ਇਹ ਪਾਲਿਸੀ ਬਣਾ ਰਹੀ ਹੈ ਤਾਂ ਇਹ ਨਿਸ਼ਚਿਤ ਤੌਰ ਦੇ ਉੱਤੇ ਸਵਾਗਤਯੋਗ ਹੈ। ਇੱਕ ਤਾਂ ਇਸ ਨਾਲ ਸਿੱਖਾਂ ਦੀ ਵੱਖਰੀ ਪਛਾਣ ਔਰ ਦੂਸਰੇ ਯੂਰਪ ਅਤੇ ਹੋਰ ਥਾਵਾਂ ਦੇ ਉੱਤੇ ਜਿੱਥੇ ਹਾਲੇ ਵੀ ਸਿੱਖ ਦੀ ਪਛਾਣ ਦੇ ਕਰਕੇ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ, ਉਹ ਦੂਰ ਹੋਣ ਵਿੱਚ ਸਹਾਈ ਹੋਵੇਗਾ। ਤੀਸਰੀ ਖਬਰ, ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ ਬਹੁਤ ਹੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਸੇ ਵੀ ਤਖਤ ਸਾਹਿਬ ਦੇ ਉੱਤੇ 5 ਤਖਤ ਹਨ ਔਰ ਰਹਿਤ ਮਰਿਆਦਾ ਦੇ ਮੁਤਾਬਕ ਕਿਸੇ ਵੀ ਤਖਤ ਸਾਹਿਬ ਦੇ ਉੱਤੇ ਕਿਸੇ ਪਤਿਤ ਜਾਂ ਤਨਖਾਹੀਏ ਨੂੰ ਸਿਰੋਪਾ ਨਹੀਂ ਦਿੱਤਾ ਜਾ ਸਕਦਾ, ਉਸ ਦੀ ਅਰਦਾਸ ਨਹੀਂ ਹੋ ਸਕਦੀ, ਉਸ ਦੀ ਭੇਟਾ ਕਬੂਲ ਨਹੀਂ ਹੋ ਸਕਦੀ। ਸ੍ਰੀ ਅਕਾਲ ਤਖਤ ਸਾਹਿਬ 'ਤੇ ਇਹ ਬੋਰਡ ਵੀ ਲੱਗਾ ਹੁੰਦਾ ਸੀ ਕਿ ਕਿਸੇ ਵੀ ਗੈਰ ਸਿੱਖ ਦੀ, ਹਿੰਦੂ ਦੀ, ਮੁਸਲਮਾਨ ਦੀ ਜਾਂ ਹੋਰ ਕਿਸੇ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ, ਪਰ ਕਿਸੇ ਪਤਿਤ ਔਰ ਤਨਖਾਹੀਏ ਸਿੱਖ ਦੀ ਅਰਦਾਸ ਨਹੀਂ ਹੋ ਸਕਦੀ। ਉਹ ਗੋਲਕ ਵਿੱਚ ਭੇਟਾ ਨਾ ਪਾਏ। ਇਹ ਦਰਅਸਲ ਸਵੈ ਪੜਚੋਲ ਲਈ ਇੱਕ ਬਹੁਤ ਵੱਡੀ ਚੋਟ ਹੁੰਦੀ ਹੈ, ਬੰਦੇ ਨੂੰ ਅਹਿਸਾਸ ਕਰਾਉਣ ਲਈ ਕਿ ਉਹ ਆਪਣਾ ਆਪ ਨੂੰ ਪਛਾਣੇ ਔਰ ਜਿਹੜੀ ਚੀਜ਼ ਉਹ ਐਲਾਨ ਰਿਹਾ ਹੈ ਉਸ ਨੂੰ ਸਮਰਪਿਤ ਹੋਵੇ। ਸਰਦਾਰ ਸੁਖਮਨ ਸਿੰਘ ਜਿਹੜੇ ਕਿ ਸ਼੍ਰੋਮਣੀ ਯੂਥ ਅਕਾਲੀ ਦਲ ਦੇ, ਜਿਨ੍ਹਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਔਰ ਉਹ ਆਪਣੇ ਲਾਭ ਲਸ਼ਕਰ ਦੇ ਨਾਲ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਗਏ ਤਾਂ ਉੱਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਸੁਖਮਨ ਸਿੰਘ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਦਾੜੀ ਕੁਤਰਦਾ ਹੈ, ਇਹ ਪਤਿਤ ਹੈ ਔਰ ਉਹਨਾਂ ਨੇ ਇਨਕਾਰ ਕਰਕੇ ਉੱਥੋਂ ਚਲੇ ਗਏ। ਇਹ ਕੋਈ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਗਿਆਨੀ ਸੈਲ ਸਿੰਘ ਦੇ ਪਰਿਵਾਰ ਦੇ ਮੈਂਬਰ ਦਾ ਆਨੰਦ ਕਾਰਜ ਕਰਾਉਣ ਤੋਂ ਤਖਤ ਸਾਹਿਬ ਦੇ ਉੱਤੇ ਇਨਕਾਰ ਕਰ ਦਿੱਤਾ ਸੀ ਇਸੇ ਬਿਨਾਂ ਦੇ ਉੱਤੇ। ਸੋ ਇਹ ਜਿਹੜੀ ਬਾਰ-ਬਾਰ ਕਿਧਰੇ ਯਾਦ ਦਹਾਨੀ ਕਰਾਉਣ ਦੀ ਲੋੜ ਹੁੰਦੀ ਹੈ, ਇਸ ਦੇ ਉੱਤੇ ਅਸੀਂ ਵਿਸਥਾਰ ਸਹਿਤ ਕਿਸੇ ਵੱਖਰੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ। ਇੱਕ ਛੋਟੀ ਜਿਹੀ ਖਬਰ ਪਰ ਬਹੁਤ ਹੀ ਜਿਸ ਨੂੰ ਹਰ ਦੇਸ਼ ਦੇ ਵਿੱਚ ਰਹਿਣ ਵਾਲਾ, ਭਾਰਤ ਦੇ ਵਿੱਚ ਰਹਿਣ ਵਾਲਾ ਹਰ ਵਿਅਕਤੀ ਪ੍ਰਭਾਵਿਤ ਹੁੰਦਾ ਹੈ, ਉਹ ਹੈ ਰੇਲਾਂ ਦੇ ਕਿਰਾਏ ਨੂੰ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ। ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਇਹ ਕਿਹਾ ਹੈ ਕਿ ਵੱਧਦੇ ਹੋਏ ਖਰਚੇ ਔਰ ਹੋਰ ਸਾਰੀਆਂ ਕਈ ਫੈਕਟਰਸ ਹਨ ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹ ਰੇਲ ਦਾ ਕਿਰਾਇਆ ਵਧਾਉਣਾ ਜ਼ਰੂਰੀ ਹੈ, ਪਰ ਫਿਰ ਵੀ ਆਮ ਲੋਕਾਂ ਦੇ ਉੱਤੇ ਇਸ ਦਾ ਅਸਰ ਨਹੀਂ ਪਵੇਗਾ। ਇਸ ਦੇ ਉੱਤੇ ਕਿਸੇ ਨੇ ਵਿਅੰਗ ਕੀਤਾ ਸੀ ਕਿ ਰੇਲ ਮੰਤਰੀ ਪਾਰਲੀਮੈਂਟ ਵਿੱਚ ਕਹਿ ਰਹੇ ਹਨ ਕਿ ਅਸੀਂ ਜਿਹੜਾ ਰੇਲ ਦਾ ਕਿਰਾਇਆ ਵਧਾ ਰਹੇ ਹਾਂ
ਆਮ ਲੋਕਾਂ ਦੇ ਉੱਤੇ ਕੋਈ ਅਸਰ ਨਹੀਂ ਪਏਗਾ, ਸਿਰਫ ਉਹਨਾਂ 'ਤੇ ਪਏਗਾ ਜਿਹੜੇ ਰੇਲ 'ਤੇ ਸਫ਼ਰ ਕਰਨਗੇ। ਖੈਰ, ਇਹ ਇੱਕ ਹਲਕੇ ਨੋਟ ਦੇ ਨਾਲ ਅਸੀਂ ਅੱਜ ਦੀਆਂ ਇਹ ਸੁਰਖੀਆਂ ਅਸੀਂ ਆਪ ਨਾਲ ਸਾਂਝੀਆਂ ਕੀਤੀਆਂ। ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਮੁੱਦੇ ਦੇ ਉੱਤੇ ਜਿਹੜਾ ਮੁੱਖ ਮੁੱਦਾ ਜਿਸ ਦੇ ਬਾਰੇ ਅਸੀਂ ਆਪ ਨੂੰ ਜ਼ਿਕਰ ਕੀਤਾ ਹੈ ਕਿ ਪਹਿਲੀ ਵਾਰ ਜੁਡੀਸ਼ਰੀ ਦੇ ਇੱਕ ਬਹੁਤ ਹੀ ਉੱਚ ਅਹੁਦੇ 'ਤੇ, ਬਲਕਿ ਇਸ ਤੋਂ ਉੱਚੇ ਅਹੁਦੇ ਨਹੀਂ ਹਨ ਔਰ ਜਿਨ੍ਹਾਂ ਦੇ ਉੱਤੇ ਬੜੀ ਆਸ ਕੀਤੀ ਜਾਂਦੀ ਹੈ, ਉਹਨਾਂ ਦੇ ਵਿੱਚੋਂ ਮਿਸਟਰ ਜਸਟਿਸ ਸੁਮਿਤਰਾ ਸੇਨ, ਉਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਆਰੰਭ ਹੋਈ ਹੈ। ਉਸ ਦੇ ਉੱਤੇ ਅਸੀਂ ਗੱਲ ਕਰਾਂਗੇ ਔਰ ਜੇਕਰ ਸਾਡੇ ਨਾਲ ਸਾਡੇ ਮਹਿਮਾਨ ਜੁੜ ਸਕੇ ਤਾਂ ਉਹ ਇਸ ਦੇ ਬਾਰੇ ਤੁਹਾਨੂੰ ਭਰਪੂਰ ਜਾਣਕਾਰੀ ਦੇਣਗੇ। ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਉਸ ਦੇ ਬਾਅਦ ਅਸੀਂ ਮੁੜ ਹਾਜ਼ਰ ਹੋਵਾਂਗੇ। ਇੱਕ ਵਕਫੇ ਦੇ ਬਾਅਦ ਅਸੀਂ ਮੁੜ ਆਪ ਦੇ ਦੁਬਾਰਾ ਪੇਸ਼ ਕਰਾਂਗੇ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮੁੱਦਾ ਪ੍ਰੋਗਰਾਮ ਵਿੱਚ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੀ ਕੋਸ਼ਿਸ਼ ਹੈ ਅੱਜ ਦੇ ਇਸ ਮਹੱਤਵਪੂਰਨ ਮੁੱਦੇ ਦੇ ਉੱਤੇ ਅਸੀਂ ਆਪਣੇ ਲੀਗਲ ਐਕਸਪਰਟ ਉਹਨਾਂ ਦੇ ਨਾਲ ਗੱਲਬਾਤ ਕਰ ਸਕੀਏ, ਕਿਉਂਕਿ ਮਾਮਲਾ ਕਾਨੂੰਨ ਦਾ ਹੈ। ਦਰਅਸਲ ਕਿਸੇ ਵੀ ਸਿਸਟਮ ਦੇ ਵਿੱਚ, ਖਾਸ ਕਰਕੇ ਜਨਤੰਤਰ ਜਾਂ ਡੈਮੋਕ੍ਰੇਸੀ ਦੇ ਵਿੱਚ, 4 ਮੁੱਖ ਥੰਮ ਹੁੰਦੇ ਹਨ ਕਿਸੇ ਮੁਲਕ ਦੇ ਨਿਜ਼ਾਮ ਨੂੰ ਚਲਾਉਣ ਲਈ ਔਰ ਉਹਨਾਂ ਦੇ ਵਿੱਚ ਉਹ 4 ਹਨ: ਜੁਡੀਸ਼ਰੀ, ਲੈਜਿਸਲੇਚਰ, ਐਗਜ਼ੀਕਿਊਟਿਵ ਤੇ ਪ੍ਰੈਸ। ਇਹਨਾਂ 4 ਦਾ ਤਾਲਮੇਲ ਦੇ ਨਾਲ ਹੀ ਮੁਲਕ ਦਾ ਨਿਜ਼ਾਮ ਔਰ ਇਹ ਢਾਂਚਾ ਤੇ ਡੈਮੋਕ੍ਰੇਸੀ ਖੜੀ ਰਹਿੰਦੀ ਹੈ। ਕਈ ਦਫਾ ਕਿਸੇ ਵਿੱਚ ਕੋਈ ਤਰੇੜ ਆ ਜਾਏ ਤਾਂ ਦੂਜਾ ਉਸ ਨੂੰ ਸਾਂਭਣ ਦੀ ਕੋਸ਼ਿਸ਼ ਕਰਦਾ ਹੈ, ਪਰ ਹੌਲੇ-ਹੌਲੇ ਜਿਸ ਤਰੀਕੇ ਦੇ ਨਾਲ ਜੋ ਗਿਰਾਵਟ ਜਾਂ ਚਾਰੇ ਪਾਸੇ ਜੋ ਅਸੀਂ ਮਹਿਸੂਸ ਕਰਦੇ ਹਾਂ, ਉਹਦੇ ਮੁਤਾਬਕ ਅਸੀਂ ਦੇਖਦੇ ਹਾਂ ਕਿ ਇਹ ਚਾਰੋਂ ਥੰਮ ਲੈਜਿਸਲੇਚਰ, ਜੁਡੀਸ਼ਰੀ, ਐਗਜ਼ੀਕਿਊਟਿਵ ਤੇ ਪ੍ਰੈਸ ਆਪਸ ਵਿੱਚ ਖਹਿਬੜਦੇ ਵੀ ਹਨ ਔਰ ਆਪਸ ਵਿੱਚ ਇਕੱਠੇ ਵੀ ਤੁਰਦੇ ਹਨ, ਪਰ ਕਈ ਦਫਾ ਜਦੋਂ ਇਹ ਜ਼ਿਆਦਾ ਇਕੱਠੇ ਹੋ ਕੇ ਤੁਰਦੇ ਹਨ ਤਾਂ ਉਸ ਦਾ ਵੀ ਨੁਕਸਾਨ ਹੁੰਦਾ ਹੈ। ਹੁਣ ਜਿਹੜਾ ਪਹਿਲੀ ਵਾਰ ਇੱਕ ਐਸਾ ਮਸਲਾ ਪੇਸ਼ ਹੋਇਆ ਕਿ ਕਲਕੱਤਾ ਹਾਈ ਕੋਰਟ ਦੇ ਮਾਨਯੋਗ ਜੱਜ ਮਿਸਟਰ ਜਸਟਿਸ ਸੁਮਿਤਰਾ ਸੇਨ, ਉਹਨਾਂ ਦੇ ਉੱਤੇ ਇਲਜ਼ਾਮ ਲੱਗਾ ਕਿ ਉਹਨਾਂ ਨੇ ਆਪਣੇ ਅਹੁਦੇ ਦੇ ਮੁਤਾਬਕ ਕਾਰਜ ਨਹੀਂ ਕੀਤਾ। ਹੁਣ ਜਦੋਂ ਕਿ ਦੇਸ਼ ਦੇ ਵਿੱਚ ਭ੍ਰਸ਼ਟਾਚਾਰ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ, ਉਹਨਾਂ ਨੂੰ ਰਾਜ ਸਭਾ ਦੇ ਉਹਨਾਂ ਦੀ ਇੰਪੀਚਮੈਂਟ, ਕਿਉਂਕਿ ਸਰਕਾਰ ਕਿਸੇ ਜੱਜ ਨੂੰ ਲਗਾ ਤਾਂ ਸਕਦੀ ਹੈ, ਥਾਪ ਸਕਦੀ ਹੈ, ਪਰ ਉਸ ਨੂੰ ਹਟਾ ਨਹੀਂ ਸਕਦੀ। ਉਸ ਨੂੰ ਹਟਾਉਣ ਦਾ ਜਿਹੜਾ ਸਿਸਟਮ ਹੈ ਉਹ ਬਹੁਤ ਕੰਪਲਿਕੇਟਡ ਔਰ ਕਾਫੀ ਦਿੱਕਤ ਭਰਿਆ ਹੈ, ਜਿਸ ਦੇ ਵਿੱਚ ਰਾਜ ਸਭਾ ਦੇ ਵਿੱਚ ਉਹਨਾਂ ਦੀ ਪ੍ਰੋਸੀਡਿੰਗ ਹੁੰਦੀ ਹੈ, ਜੱਜ ਨੂੰ ਮੌਕਾ ਦਿੱਤਾ ਜਾਂਦਾ ਹੈ ਔਰ ਜੇਕਰ ਉੱਥੇ ਮਤਾ ਪਾਸ ਹੋਣ ਦੇ ਬਾਅਦ 2/3 ਮੈਜੋਰਿਟੀ ਦੇ ਨਾਲ ਫਿਰ ਉਸ ਲੋਕ ਸਭਾ ਜਾਏਗਾ, ਉਹਦੇ ਬਾਅਦ ਉਹ ਰਾਸ਼ਟਰਪਤੀ ਦੇ ਕੋਲ ਜਾਂਦਾ ਹੈ। ਇਸ ਤੋਂ ਪਹਿਲਾਂ ਜਸਟਿਸ ਰਾਮਾ ਸਵਾਮੀ ਦਾ ਕੇਸ ਰਾਜ ਸਭਾ ਵਿੱਚ ਆਇਆ ਸੀ, ਪਰ ਉਹਨਾਂ ਦੇ ਕਾਂਗਰਸ ਦੇ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ, ਦੱਖਣ ਦੇ ਸਾਰੇ ਮੈਂਬਰਾਂ ਨੇ, ਔਰ ਉਹ ਮਤਾ ਗਿਰ ਗਿਆ ਔਰ ਉਹ ਇੰਪੀਚਮੈਂਟ ਦੀ ਪ੍ਰੋਸੀਡਿੰਗ ਰੱਦ ਹੋ ਗਈ। ਹੁਣ ਦੇ ਕੇਸ ਦੇ ਬਾਰੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਗਰ ਜੇ ਸਾਨੂੰ ਲਾਈਨ ਮਿਲ ਗਈ, ਹੈਲੋ ਸੌਰੀ ਲਾਈਨ ਕੱਟੀ ਗਈ, ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਨਾਲ ਪਵਿੱਤ ਸਿੰਘ ਮੱਤੇਵਾਲ, ਜਿਹੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਨ, ਔਰ ਅਗਰ ਉਹ ਸਾਡੇ ਨਾਲ ਇਸ ਇੰਪੀਚਮੈਂਟ ਦੇ ਮੁੱਦੇ ਦੇ ਉੱਤੇ, ਕਿਉਂਕਿ ਪਹਿਲਾਂ ਵੀ ਪੰਜਾਬ ਹਾਈ ਕੋਰਟ ਦੇ ਜੱਜ ਰਹਿ ਚੁੱਕੇ, ਉਹਨਾਂ ਦੇ ਉੱਤੇ ਇਹ ਇੰਪੀਚਮੈਂਟ ਦੀਆਂ ਪ੍ਰੋਸੀਡਿੰਗਸ ਹੋਈਆਂ ਸੀ, ਪਰ ਜਿਹੜੀਆਂ ਅਖੀਰ ਤੱਕ ਨਹੀਂ ਪਹੁੰਚ ਸਕੀਆਂ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇ ਉਹਨਾਂ ਦੇ ਨਾਲ
ਸਾਡਾ ਸੰਪਰਕ ਹੋ ਜਾਏ। ਹੈਲੋ ਹੈਲੋ, ਹਾਂਜੀ ਪਵਿੱਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਵਿੱਤ ਜੀ। ਜਸ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਔਰ ਚੂੰਕਿ ਤੁਸੀਂ ਉਸ ਥਾਂ 'ਤੇ ਹੋ ਜਿੱਥੋਂ ਦੇ ਇੱਕ ਜੱਜ ਨੂੰ ਉਹਨਾਂ ਦੀ ਇੰਪੀਚਮੈਂਟ ਪ੍ਰੋਸੀਡਿੰਗਸ ਵੀ ਹੋਈ ਸੀ, ਉਸ ਦੇ ਪਰਿਪੇਖ ਵਿੱਚ ਔਰ ਹੁਣ ਅੱਜ ਜੋ ਰਾਜ ਸਭਾ ਦੇ ਵਿੱਚ ਜਸਟਿਸ ਸੁਮਿਤਰਾ ਸੇਨ ਕਲਕੱਤੇ ਦਾ ਜਿਹੜਾ ਮਾਮਲਾ ਪੇਸ਼ ਹੋਇਆ ਔਰ ਉਹਨਾਂ ਦੀ ਇੰਪੀਚਮੈਂਟ ਦੀ ਪ੍ਰੋਸੀਡਿੰਗਸ ਕਾਫੀ ਨੋਕ ਚੋਕ ਭਰੀ ਰਹੀ। ਸੀਤਾਰਾਮ ਯੈਚਰੀ ਵੱਲੋਂ ਜਿਹੜਾ ਪੇਸ਼ ਕੀਤਾ ਮਤਾ CPM ਵੱਲੋਂ, ਔਰ ਜਿਸ ਦੀ ਤਾਇਦ ਮਜੀਦ ਕਹਿ ਲਿਆ ਜਾਏ ਅਰੁਣ ਜੈਤਲੀ ਨੇ ਕੀਤੀ, ਔਰ ਨਾਲ ਹੀ ਰਾਮ ਜੇਠਮਲਾਨੀ। ਇਹ ਸੀਤਾ ਰਾਮ, ਇਹ ਦੋਨੋਂ ਜਿਹੜੀਆਂ ਗੱਲਾਂ ਨੋਕ ਚੋਕ ਵੀ ਹੁੰਦੀ ਰਹੀ। ਇਹ ਸਾਰਾ ਮਾਮਲਾ ਕੀ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਕੀ ਇੱਕ ਡੈਮੋਕ੍ਰੇਸੀ ਦੇ ਵਿੱਚ ਇਸ ਇੰਪੀਚਮੈਂਟ ਦੀ ਕੀ ਪ੍ਰੋਸੀਡਿੰਗਸ ਹੈ? ਕੀ ਇਹਦੇ ਨਾਲ ਜੱਜਸ ਦੀ ਜਿਹੜੀ ਇੰਡੀਪੈਂਡੈਂਸ ਹੈ, ਆਜ਼ਾਦੀ ਹੈ, ਉਹਦੇ 'ਤੇ ਕੋਈ ਅਸਰ ਪੈਂਦਾ ਹੈ ਜਾਂ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਜ਼ਿੰਮੇਵਾਰੀ ਦਾ ਅਹਿਸਾਸ ਵੱਧਦਾ ਹੈ? ਇਸ ਸਾਰੇ ਮਾਮਲੇ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖ ਰਹੇ ਹੋ? ਜੀ ਬਹੁਤ ਬਹੁਤ ਧੰਨਵਾਦ ਜੀ। ਇਹ ਜਿਹੜਾ ਮੈਟਰ ਹੈਗਾ ਇੰਪੀਚਮੈਂਟ ਦਾ, ਇਹ ਬਹੁਤ ਦੇਰ ਦਾ ਡਿਬੇਟ ਚੱਲਦਾ ਹੈਗਾ ਇੰਡੀਅਨ ਡੈਮੋਕ੍ਰੇਸੀ। ਜੀ 50-60 ਸਾਲ ਹੋ ਗਏ ਇੰਡੀਪੈਂਡੈਂਸ ਦੇ। ਜੀ ਇਹਦੇ ਵਿੱਚ ਇਹ ਮਾਮਲਾ ਜਿਹੜਾ ਆਇਆ ਹੈਗਾ ਡਿਊਰਿੰਗ ਦੀਜ਼ ਈਅਰਸ, ਤੇ ਜੁਡੀਸ਼ੀਅਲ ਅਕਾਊਂਟੇਬਿਲਿਟੀ ਕੀ ਹੈਗੀ ਹੈ, ਜਿਹੜੇ ਜੱਜਿਸ ਹੈਗੇ ਹੈ ਆਰ ਦੇ ਅਕਾਊਂਟੇਬਲ ਟੂ ਦ ਪਬਲਿਕ, ਕੀ ਉਹ ਕਰਪਸ਼ਨ ਹੈਗੀ ਹੈ ਜੁਡੀਸ਼ਰੀ ਦੇ ਵਿੱਚ। ਇਹ ਸਾਰੇ ਇਸ਼ੂਜ਼ ਬਹੁਤ ਦੇਰ ਦੇ ਡਿਬੇਟ ਹੋ ਰਹੇ ਨੇ। 1993 ਦੇ ਵਿੱਚ ਇੱਕ ਕੇਸ ਆਇਆ ਸੀ ਜਸਟਿਸ ਰਾਮਾ ਸਵਾਮੀ ਦਾ, ਜਿਹੜੇ ਚੀਫ ਜਸਟਿਸ ਆਫ ਪੰਜਾਬ ਹਾਈ ਕੋਰਟ ਸੀਗੇ, ਉਹਨਾਂ ਦੇ ਅਗੇਂਸਟ ਇੰਪੀਚਮੈਂਟ ਪ੍ਰੋਸੀਡਿੰਗਸ ਸ਼ੁਰੂ ਕੀਤੀਆਂ ਸੀਗੀਆਂ। ਮਗਰ ਉਹ ਅਬ ਜਿਵੇਂ ਤੁਸੀਂ ਦੱਸਿਆ ਅਬਸਟੇਨ ਹੋ ਗਈ ਹੈ ਕਾਫੀ ਲੋਕ ਸਭਾ ਦੇ ਵਿੱਚ ਇੱਕ ਪਾਰਟੀ, ਉਹਦੇ ਕਰਕੇ ਡ੍ਰੌਪ ਹੋ ਗਈ। ਮੈਂ ਸਮਝਦਾ ਹਾਂ ਕਿ ਇੰਪੀਚਮੈਂਟ ਦੀ ਜਿਹੜੀ ਪ੍ਰੋਸੀਡਿੰਗ ਹੈਗੀ ਹੈ ਉਹਦਾ ਜਿਹੜਾ ਇੱਕੋ ਹੀ ਮਤਲਬ ਸੀਗਾ, ਕਿਉਂਕਿ ਉਹਨੂੰ ਇੰਪੀਚਮੈਂਟ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਬਣਾਉਣਾ। ਇਹੀ ਸਾਡੇ ਜਿਹੜੇ ਕੌਂਸਟੀਟਿਊਸ਼ਨ ਦੇ ਮੈਂਬਰ ਸੀਗੇ ਅਸੈਂਬਲੀ ਦੇ, ਉਹਨਾਂ ਦਾ ਮਨ ਇਹ ਸੀਗਾ ਕਿ ਜੱਜਿਸ ਦੀ ਇੰਪਾਰਸ਼ੀਅਲਿਟੀ ਰਵੇ, ਉਹਨਾਂ ਦੀ ਇੰਡੀਪੈਂਡੈਂਸ ਰਵੇ। ਇਸ ਕਰਕੇ ਇੰਪੀਚਮੈਂਟ ਪ੍ਰੋਸੀਜਰ ਨੂੰ ਬਹੁਤ ਹੀ ਮੁਸ਼ਕਿਲ ਬਣਾਇਆ। ਉਹਦੇ ਇੰਪੀਚਮੈਂਟ ਪ੍ਰੋਸੀਜਰ ਇਸ ਤਰ੍ਹਾਂ ਹੈਗਾ, ਪਹਿਲੇ there will be inquiry by the Supreme Court judges. ਜੇ ਅਗਰ ਉਹ inquiry finds them guilty, ਉਹਦੇ ਬਾਅਦ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੈ, he writes a letter to the executive. ਐਗਜ਼ੈਕਟਿਵ ਫਿਰ ਉਹਨੂੰ ਰੈਫਰ ਕਰਦੀ ਹੈ ਟੂ ਦ ਰਾਜ ਸਭਾ ਐਂਡ ਲੋਕ ਸਭਾ, ਜਿੱਥੇ 2/3 ਮੈਜੋਰਿਟੀ ਬਹੁਤ ਜ਼ਰੂਰੀ ਹੈ। ਤੇ ਜੇ ਅਗਰ 2/3 ਮੈਜੋਰਿਟੀ ਹੁੰਦੀ ਹੈ ਫਿਰ ਹੀ ਜਾ ਕੇ ਇਹ ਪਾਸ ਹੁੰਦਾ ਹੈ ਐਂਡ ਜੱਜ ਇੰਪੀਚ ਹੋਣ ਦੇ ਚਾਂਸਸ ਬਣਦੇ ਹੈ। ਇਹ ਜਿਹੜਾ ਡਿਸੀਜਨ ਹੈਗਾ ਜਿਹੜਾ ਇੰਪੀਚ ਕਰਨ ਦਾ, ਇਟ ਇਜ਼ ਨਾਟ ਓਨਲੀ ਅ ਜੁਡੀਸ਼ੀਅਲ ਡਿਸੀਜਨ ਬਟ ਆਲਸੋ ਅ ਪੋਲੀਟੀਕਲ ਡਿਸੀਜਨ। ਬਿਲਕੁਲ ਬਿਲਕੁਲ। ਜਿਹੜੀ ਇੰਪੀਚਮੈਂਟ ਮੈਂ ਸਮਝਦਾ ਹਾਂ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਕੌਨਸਟੀਟਿਊਸ਼ਨ ਦੇ ਵਿੱਚ, ਇਟ ਇਜ਼ ਅ ਟੋਟਲ ਫੇਲੀਅਰ। ਜਿਹੜੀ ਡੇਟ ਵੀ ਹੈਵ ਨਾਟ ਸੀਨ one judge also which has been gone through the process, ਜਿਹੜਾ ਕਿ successfully impeach ਹੋਇਆ ਹੋਏ। ਸਾਰੇ ਜਿਹੜੇ ਜਨਰਲ ਪਰਸੈਪਸ਼ਨ ਹੈਗੀ ਹੈ ਜੀ that there is corruption in all walks of life। ਤੇ ਜਿਹੜਾ ਇਹ ਮੁੱਦਾ ਹੈਗਾ ਇਹ ਬਹੁਤ ਸਟਰੋਂਗਲੀ ਅੱਜ ਤੇ ਸੌਰੀ ਅਸਲ ਵਿੱਚ ਅਸੀਂ ਦਰਸ਼ਕਾਂ ਤੋਂ ਖਿਮਾ ਚਾਹੀਦੀ। ਅਸੀਂ ਲਾਈਨ ਦੁਬਾਰਾ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਨਾਲ, ਅਗਰ ਅਸੀਂ ਸੰਪਰਕ ਕਰ ਸਕੀਏ, ਕਿਉਂਕਿ ਇੰਪੀਚਮੈਂਟ ਦੇ ਬੜੇ ਹੀ ਸਿਸਟਮ, ਔਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਤੇ ਰਹਿ ਚੁੱਕੇ ਚੀਫ ਜਸਟਿਸ, ਉਹਨਾਂ ਦੀ ਜਦੋਂ ਇੰਪੀਚਮੈਂਟ ਜਸਟਿਸ ਰਾਮਾ ਸਵਾਮੀ ਦੇ ਬਾਰੇ ਜਦੋਂ ਲੋਕ ਸਭਾ ਵਿੱਚ ਗਈ ਤਾਂ ਸਾਊਥ ਦੇ ਦੱਖਣ ਦੇ ਜਿੰਨੇ ਮੈਂਬਰ ਸੀ ਉਹ ਸਾਰੇ ਦੇ ਸਾਰੇ ਵਾਕਆਊਟ ਕਰ ਗਏ ਸੀ ਔਰ ਉਹ ਮਤਾ ਗਿਰ ਗਿਆ, ਪਾਸ ਨਹੀਂ ਹੋਇਆ। ਇਹਨਾਂ ਦੇ ਕੇਸ ਵਿੱਚ ਜਸਟਿਸ ਜਿਹੜੇ ਸੁਮਿਤਰਾ ਸੇਨ ਦੇ ਕੇਸ ਵਿੱਚ ਦਰਅਸਲ ਇਹ ਥੋੜ੍ਹਾ ਜਿਹਾ ਹੋਰ ਵਿਲੱਖਣ ਇਸ ਨਜ਼ਰ ਵਿੱਚ ਹੈ ਕਿ ਇਹਨਾਂ ਦੇ ਉੱਤੇ ਜਿਹੜੇ ਚਾਰਜਸ ਲਗਾਏ ਗਏ ਹਨ ਬਤੌਰੇ ਜੱਜ ਦੇ
ਇਹਨਾਂ ਦੇ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਲਗਾਇਆ, ਬਲਕਿ ਇਹ ਲਗਾਇਆ ਕਿ ਜਦੋਂ ਇਹ ਪਹਿਲਾਂ ਵਕੀਲ ਹੁੰਦੇ ਸੀ ਤਾਂ ਇਹਨਾਂ ਨੂੰ 25 ਲੱਖ ਰੁਪਇਆ ਕਿਸੇ ਬਤੌਰੇ ਰਿਸੀਵਰ ਦੇ ਮਿਲਿਆ, ਔਰ ਜਿਹੜਾ ਇਹਨਾਂ ਨੇ ਦੂਸਰੇ ਫੰਡ ਦੇ ਵਿੱਚ, ਦੂਸਰੇ ਖਾਤੇ ਦੇ ਵਿੱਚ ਜਮ੍ਹਾਂ ਕਰ ਦਿੱਤਾ ਬਜਾਏ ਰਿਸੀਵਰ ਦੇ ਫੰਡ ਦੇ ਵਿੱਚ ਜਮ੍ਹਾਂ ਕਰਾਉਣ ਦੇ। ਇਹ ਦੋਸ਼ ਹੈ। ਸੋ ਜਿਸ ਦੇ ਉੱਤੇ ਇਹ ਵੀ ਕਿਹਾ ਗਿਆ, ਸਤੀਸ਼ ਚੰਦਰ ਮਿਸ਼ਰਾ ਜਿਹੜੇ ਮੈਂਬਰ ਹਨ ਪਾਰਲੀਮੈਂਟ ਦੇ, ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਕੇਸ ਮਿਸ ਐਪਰੋਪਰੀਏਸ਼ਨ ਦਾ ਨਹੀਂ, ਡਾਇਵਰਸ਼ਨ ਦਾ ਹੈ, ਇਹਨੂੰ ਤੁਸੀਂ ਕਰਪਸ਼ਨ ਨਹੀਂ ਕਹਿ ਸਕਦੇ। ਸੋ ਇਹ ਹੁਣ ਦੇਖਣਾ ਹੋਏਗਾ, ਕਿਉਂਕਿ ਰਾਜ ਸਭਾ ਨੇ ਤਾਂ 2/3 ਬਹੁਮਤ ਤੋਂ ਵੀ ਕਾਫੀ ਜ਼ਿਆਦਾ ਗਿਣਤੀ ਦੇ ਨਾਲ ਇਹ ਪਾਸ ਕਰ ਦਿੱਤਾ ਹੈ, ਪਰ ਅਖੀਰ ਵਿੱਚ ਇਹ ਮੁੱਦਾ ਕਿੱਥੇ ਜਾ ਕੇ ਨਿਬੜਦਾ ਹੈ। ਔਰ ਇੱਕ ਗੱਲ ਹੋਰ ਬਹੁਤ ਹੀ ਅਸੀਂ ਕਹਿ ਸਕਦੇ ਹਾਂ ਕਿ ਉਹ ਕਿਸੇ ਵੀ ਜੱਜ ਦੇ ਜੱਜ ਬਣਾਉਣ ਦਾ ਪ੍ਰੋਸੀਜਰ ਠੀਕ ਹੈ, ਉਹਨਾਂ ਦੀ ਇੰਪੀਚਮੈਂਟ ਜਾਂ ਉਹਨਾਂ ਨੂੰ ਹਟਾਉਣ ਦਾ ਜਿਹੜਾ ਸਿਸਟਮ ਹੈ ਉਹ ਕਾਫੀ ਔਖਾ ਹੈ, ਪਰ ਜਿਹੜੀ ਜੱਜ ਸਾਹਿਬ ਨੂੰ, ਕਿਸੇ ਨੂੰ ਜੱਜ ਲਗਾਉਣ ਦਾ ਜਿਹੜਾ ਸਿਸਟਮ ਹੈ ਉਹ ਵੀ ਕਾਫੀ ਕਠਿਨ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇ ਪਵਿੱਤ ਸਿੰਘ ਜੀ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਸਕਣ, ਪਰ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਔਰ ਉਹਦੇ ਬਾਅਦ ਅਸੀਂ ਮੁੜ ਹਾਜ਼ਰ ਹੁੰਦੇ ਹਾਂ। ਇੱਕ ਵਕਫਾ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮੁੱਦਾ ਪ੍ਰੋਗਰਾਮ ਵਿੱਚ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਨੂੰ ਤਸੱਲੀ ਹੈ ਕਿ ਪਵਿੱਤ ਸਿੰਘ ਜੀ ਮੱਤੇਵਾਲ ਦੇ ਨਾਲ ਸਾਡਾ ਸੰਪਰਕ ਜੁੜ ਗਿਆ ਤੇ ਉਹ ਬਹੁਤ ਹੀ ਅਹਿਮ ਜਾਣਕਾਰੀ ਦੇ ਰਹੇ ਸਨ। ਜੱਜਸ ਦੀ ਇੰਪੀਚਮੈਂਟ ਕਿੰਨੀ ਕਰੜੀ, ਕਿੰਨੀ ਔਖੀ ਹੈ, ਪਰ ਉਹ ਕਦੀ ਕਾਮਯਾਬ ਨਹੀਂ ਹੋਈ ਅੱਜ ਤੱਕ। ਹੁਣ ਇਸ ਕੇਸ ਦੇ ਵਿੱਚ ਦੇਖਣਾ ਹੋਏਗਾ ਕਿ ਇਹ ਕਿੱਥੇ ਜਾ ਕੇ ਇਹ ਗੱਲ ਨਿਬੜਦੀ ਹੈ। ਪਵਿੱਤ ਜੀ, ਇਹ ਦੱਸੋ ਕਿ ਜੱਜਸ ਦੀ ਅਪੁਆਇੰਟਮੈਂਟ ਦੀ ਜਿਹੜੀ ਗੱਲ ਹੈ ਉਹ ਤਾਂ ਵੱਖਰੀ ਹੈ, ਪਰ ਜਿਹੜੀ ਦੂਸਰੀ ਮੁੱਖ ਮੁੱਦਾ ਹੈ ਕਿ ਜੱਜਸ ਨੂੰ, ਜਿਸ ਇੰਪੀਚਮੈਂਟ ਦੀ ਗੱਲ ਤਾਂ ਛੱਡ ਦਈਏ, ਜਿਸ ਵੇਲੇ ਜੱਜਸ ਨੂੰ ਅਪੁਆਇੰਟ ਕੀਤਾ ਜਾਂਦਾ ਹੈ ਉਹ ਵੀ ਤਾਂ ਬਹੁਤ ਹੀ ਕਰੜਾ ਇੱਕ ਸਿਸਟਮ ਹੈ। ਇਤਨਾ ਕੁਝ ਹੋਣ ਦੇ ਬਾਵਜੂਦ ਇਹ ਕਿਵੇਂ ਜੱਜਸ ਜਿਹੜੇ ਹੈ ਉਸ ਪ੍ਰੋਸੀਜਰ ਚੋਂ ਨਿਕਲ ਆਉਂਦੇ ਹੈ? ਇਹਦਾ ਮਤਲਬ ਜਿਹੜੀਆਂ ਅਪੁਆਇੰਟਿੰਗ ਅਥਾਰਟੀਜ਼ ਹੈ ਜਾਂ ਕਮੇਟੀਆਂ, ਉਹਨਾਂ ਦਾ ਦੋਸ਼ ਹੈ? ਇਹ ਬਲਕਿ ਜੀ ਸਭ ਤੋਂ ਜ਼ਰੂਰੀ ਸਵਾਲ ਇਹੀ ਹੈ ਜੀ, ਕਿਉਂਕਿ ਜਿਹੜਾ ਸੁਮਿਤਰਾ ਸੈਨ ਵਾਲਾ ਕੇਸ ਸੀ, ਅਗਰ ਅਸੀਂ ਧਿਆਨ ਨਾਲ ਦੇਖੀਏ ਜੀ, ਤੇ ਜਿਹੜੀ ਐਲੀਗੇਸ਼ਨ ਜਿਹੜੀ ਲੈਟਰ ਹੈਗੀ ਹੈ ਚੀਫ ਜਸਟਿਸ ਆਫ ਇੰਡੀਆ ਦੀ, ਉਹਦੇ ਵਿੱਚ ਇਹ ਲਿਖਿਆ ਹੈ ਜਦੋਂ ਜਸਟਿਸ ਸੈਨ ਐਡਵੋਕੇਟ ਸੀਗੇ ਜੀ, ਉਸ ਟਾਈਮ ਉਹਨਾਂ ਨੂੰ ਰਿਸੀਵਰ ਅਪਾਇੰਟ ਕੀਤਾ ਸੀ ਕੈਲਕਟਾ ਹਾਈ ਕੋਰਟ ਨੇ ਇਨ ਸਮ ਕੇਸ। ਉਸ ਕੇਸ ਦੇ ਵਿੱਚ ਉਹਨਾਂ ਨੂੰ ਗਵਰਨਮੈਂਟ ਦੇ ਵੱਲੋਂ ਪੈਸੇ ਮਿਲੇ ਸੀਗੇ ਐਜ਼ ਅ ਰਿਸੀਵਰ ਜੀ। ਉਹ ਜਿਹੜੇ ਪੈਸੇ ਸੀਗੇ ਉਹਨਾਂ ਦੀ ਮਿਸ ਅਪਰੋਪਰੀਏਸ਼ਨ ਦਾ ਇਹਨਾਂ ਉੱਤੇ ਇੱਕ ਚਾਰਜ ਲੱਗਿਆ ਸੀ ਤੇ 3 ਜੱਜਿਸ ਦੀ ਇਨਕੁਆਇਰੀ ਹੋਈ ਸੀ, ਸੁਪਰੀਮ ਕੋਰਟ ਨੇ ਰੱਖੀ ਸੀ। ਉਹਦੇ ਵਿੱਚ ਇਹਨਾਂ ਨੂੰ ਗਿਲਟੀ ਪਾਇਆ ਗਿਆ। ਜਦ ਇਹਨਾਂ ਨੂੰ ਗਿਲਟੀ ਪਾਇਆ ਗਿਆ, ਇਹ ਜੱਜ ਨਹੀਂ ਰਹੇ ਸੀਗੇ, ਇਹ ਐਡਵੋਕੇਟ ਨਹੀਂ ਰਹੇ ਸੀ, ਇਹ ਜੱਜ ਬਣ ਗਏ ਸੀ ਜੀ। ਬਟ ਦੈਟ ਮੀਨਸ ਦੈਟ ਇਨ ਦ ਇੰਟਰਮ ਪੀਰੀਅਡ ਸਾਨੂੰ ਜੱਜਸ਼ਿਪ ਮਿਲ ਗਈ ਸੀਗੀ। ਦੇयर ਵਾਸ ਆਲਰੇਡੀ ਚਾਰਜ ਅਗੇਂਸਟ ਹਿਮ ਜੀ ਜੀ ਜੀ। ਇਹਦਾ ਮਤਲਬ ਇਹ ਹੈਗਾ ਜੀ ਕਿ देयर इज द अपॉइंटमेंट प्रोसीजर इटसेल्फ इज रिस्पांसिबल। ਜੀ ਹਾਂ, ਬਿਲਕੁਲ ਜੀ ਹਾਂ। ਔਰ ਇਹਦੇ ਵਿੱਚ ਜਿਹੜੀ ਗੱਲ ਜੀ, ਸੌਰੀ, बहुत देर तक डिबेट चलता हैगा कि why are judges appointing judges in Indian system? Indian system is not like UK or US जिथे कि there is a proper procedure. इतनी हैगा कि ਜਿਹੜੀ ਸੁਪਰੀਮ ਕੋਰਟ ਦੀ ਜਜਮੈਂਟ ਹੈਗੀਆਂ ਕਿ ਜੱਜਿਸ ਦਾ ਇੱਕ ਕੋਲੀਜੀਅਮ ਹੁੰਦਾ ਹੈ which appoints the judges of all the high courts ਜੀ। ਹੁਣ ਚੀਫ ਜਸਟਿਸ ਆਫ ਇੰਡੀਆ ਉਸ ਕੋਲੀਜੀਅਮ ਦਾ ਹੈਡ ਹੈ। तो इन अ वे कई बार ये भी देखा गया है, कई लोगों ने ये भी कमेंट किया है, क्रिटिसाइज किया है कि जजेस आर अपॉइंटिंग एवरीबॉडी। वो एक जज कहेगा जी मेरा एक बंदा रख लो, क्या कहते हैं जी कि मेरा एक रख लो, तो वन पर्सन इज स्क्रैचिंग वन बैक एंड द अदर इज स्क्रैचिंग द अदर जी। तो ये
ਜਿਹੜਾ ਜਿਵੇਂ ਯੂਕੇ ਦੇ ਵਿੱਚ ਹੈਗਾ, ਲੋਟ ਆਫ ਪੀਪਲ ਹੈਵ ਸੁਜੈਸਟਡ ਇਨ ਇੰਡੀਆ, ਮਿਸਟਰ ਜੇਟਲੀ ਨੇ ਵੀ ਕੱਲ ਇਹ ਗੱਲ ਅੱਗੇ ਰੱਖੀ ਹੈਗੀ ਹੈ ਕਿ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਹੋਣੀ ਚਾਹੀਦੀ ਹੈ ਜਿਹੜੀ ਕਿ ਜੱਜਿਸ ਨੂੰ ਅਪਾਇੰਟ ਕਰੇ, ਜਿਹਦੇ ਵਿੱਚ ਟ੍ਰਾਂਸਪੇਰੈਂਸੀ ਆਏ ਪ੍ਰੋਸੈਸ ਅਪਾਇੰਟਮੈਂਟ ਦੇ ਵਿੱਚ, ਨਾਲੇ ਪਬਲਿਕ ਦਾ ਵੀ ਰੋਲ ਹੋਏ, ਐਗਜ਼ੈਕਟਿਵ ਦਾ ਵੀ ਰੋਲ ਹੋਏ। ਉਹਦਾ ਹੈਡ ਬੇਸ਼ੱਕ ਚੀਫ ਜਸਟਿਸ ਇੰਡੀਆ ਨੂੰ ਬਣਾ ਦਿਓ, ਬਟ ਉਹਦੇ ਵਿੱਚ ਲੀਡਰ ਆਫ ਆਪੋਜੀਸ਼ਨ ਦਾ ਵੀ ਰੋਲ ਹੋਣਾ ਚਾਹੀਦਾ ਕਿਉਂਕਿ ਅਪਾਇੰਟਮੈਂਟ ਆਫ ਜੱਜਿਸ ਇਜ਼ ਅ ਮੈਟਰ ਵਿਚ ਕੰਸਰਨਸ ਐਵਰੀਬਡੀ। ਜੀ, ਮਤਲਬ ਦਾਇਰਾ ਇਹਦਾ ਵਧਾਇਆ ਜਾਏ, ਤੁਹਾਡਾ ਮਤਲਬ ਜਿਹੜਾ ਕੋਲੀਜੀਅਮ ਹੈ ਉਹਦਾ ਦਾਇਰਾ ਵਧਾਉਣਾ ਚਾਹੀਦਾ। ਤੇ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਜੱਜਸ ਹੀ ਅਪਾਇੰਟ ਕਰਦੇ ਹੈ, ਇੱਕ ਜੱਜ ਦੂਜੇ ਅਪਾਇੰਟ ਨੂੰ ਉਹਨਾਂ ਦਾ ਹੀ ਮਿਲ ਕੇ ਕਰਦੇ ਹੈ, ਕਿਧਰੇ ਇਸ ਲਈ ਤਾਂ ਨਹੀਂ ਇੱਕ ਦੂਜੇ ਨੂੰ ਆਪਸ ਵਿੱਚ ਬ੍ਰਦਰ ਕਰਕੇ ਐਡਰੈਸ ਕਰਦੇ ਆਪਸ ਦੇ ਵਿੱਚ? ਇਨਫੈਕਟ ਇਹ ਬਹੁਤ ਕ੍ਰਿਟਿਸਿਜ਼ਮ ਆਇਆ ਹੈਗਾ ਜੀ। ਇੱਕ ਜੱਜ ਕਹਿਣਗੇ ਜੀ ਕਿ ਇਹ ਮੇਰਾ ਬੰਦਾ, ਇਹਨੂੰ ਲਵਾ ਲਈਏ, ਤੇ ਦੂਜੇ ਕਹਿੰਦੇ ਚਲੋ ਠੀਕ ਹੈ ਇਹਨਾਂ ਦਾ ਲੱਗ ਗਿਆ ਤੇ ਇੱਕ ਮੇਰਾ ਵੀ ਲੱਗ ਜਾਏਗਾ ਜੀ। ਅੱਛਾ ਪਵਿੱਤ ਜੀ, ਇਹ ਦੱਸੋ ਬਤੌਰੇ ਵਕੀਲ ਦੇ, ਇੱਕ ਸਤੀਸ਼ ਚੰਦਰ ਮਿਸ਼ਰਾ ਨੇ ਇੱਕ ਛੋਟਾ ਜਿਹਾ ਨੁਕਤਾ ਉਹਦੇ 'ਚ ਵਕਾਲਤ ਵਾਲਾ ਹੀ ਵਿੱਚ ਵਾੜਿਆ ਹੈ। ਉਹ ਕਹਿਣ ਲੱਗੇ ਕਿ ਇਹ ਮਿਸ ਐਪਰੋਪਰੀਏਸ਼ਨ ਨਹੀਂ ਹੈ, ਡਾਇਵਰਸ਼ਨ ਆਫ ਫੰਡਸ ਹੈ। ਔਰ ਫਿਰ ਦੂਸਰੀ ਗੱਲ, ਚੂੰਕਿ ਉਹਨਾਂ ਦੀ ਜਿਹੜਾ ਤੁਸੀਂ ਦੱਸਿਆ ਹੈਗਾ ਕਿ ਉਹਨਾਂ ਦੀ ਜੱਜ ਬਣਨ ਤੋਂ ਪਹਿਲੇ ਦੀ ਹੈਗੀ ਹੈ, ਸੋ ਇਸ ਦੇ ਬਾਵਜੂਦ ਇਹ ਕਿਤਨੀ ਕੁ ਸਟਰੋਂਗ ਉਹਨਾਂ ਦੀ ਇਹ ਪਲੀ ਜਿਹੜੀ ਹੈ ਉਹ ਮੰਨੀ ਜਾ ਸਕਦੀ ਹੈ ਕੱਲ ਜੇਕਰ ਅਦਾਲਤਾਂ ਦੇ ਦਾਇਰੇ 'ਚ? ਹਾਲਾਂ ਇਸ ਤੋਂ ਬਾਅਦ ਅਦਾਲਤ ਦਾ ਕੋਈ ਰੋਲ ਰਹਿ ਨਹੀਂ ਜਾਂਦਾ, ਪਰ ਅਦਾਲਤੀ ਪ੍ਰਕਿਰਿਆ ਦੇ ਵਿੱਚ ਅਗਰ ਇਹ ਦੋ ਦਲੀਲਾਂ ਕਿੰਨੀਆਂ ਕੁ ਮਹੱਤਵ ਰੱਖਦੀਆਂ? ਜੀ ਬਿਲਕੁਲ। ਉਹਨਾਂ ਦਾ ਜਿਹੜਾ ਪਲੀ ਰਾਜ ਸਭਾ 'ਚ ਉਹਨਾਂ ਨੇ ਕੱਲ ਲਿਆ ਜੀ ਜੀ, ਉਹਨਾਂ ਨੇ ਕਿਹਾ ਕਿ ਮੈਂ ਮਿਸ ਐਪਰੋਪਰੀਏਸ਼ਨ ਨਹੀਂ ਕੀਤੀ, ਮਿਸਮੈਨੇਜਮੈਂਟ ਕੀਤੀ ਹੈਗੀ ਹੈ। ਹਾਂਜੀ ਹਾਂਜੀ। ਇਹਦਾ ਜਿਹੜਾ ਜੀ ਬੇਸਿਕਲੀ ਜਿਹੜੀ ਇਨਕੁਆਇਰੀ ਕਮਿਸ਼ਨ ਸੀਗੀ ਆਫ 3 ਜੱਜਿਸ that has held ਕਿ ਇਹ guilty ਹੈਗੀ ਆਫ ਮਿਸ ਐਪਰੋਪਰੀਏਸ਼ਨ। ਜੀ। ਇਟ ਇਜ਼ ਵਾਈ ਕੇਸ ਵੈਂਟ ਟੂ ਦ ਜਿਹੜਾ ਚੀਫ ਜਸਟਿਸ ਇੰਡੀਆ, ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਲਿਖਿਆ। ਪ੍ਰਾਈਮ ਮਿਨਿਸਟਰ ਨੇ ਇਹ ਪ੍ਰੋਸੀਜਰ ਸ਼ੁਰੂ ਕਰ ਦਿੱਤਾ ਹੈ। ਅੱਛਾ। ਇਹ ਜਿਹੜੀ ਡਿਬੇਟ ਹੈਗੀ ਹੈ ਹੁਣ ਪਹਿਲੀ ਵਾਰ ਇਨ ਦ ਹਿਸਟਰੀ ਆਫ ਰਾਜ ਸਭਾ ਜੀ, ਸਿਟਿੰਗ ਜੱਜ ਜਿਹੜੇ 53 ਇਅਰਸ ਦੇ ਹੈਗੇ ਹੈ, ਜੀ, stood in the parliament and gave his defense for 3 hours. ਜੀ ਜੀ ਇਹ ਜੀ। ਡਿਫੈਂਸ ਨੂੰ ਰਿਬਟਲ ਕੀਤਾ ਗਿਆ and after this defense was found, ਰਾਜ ਸਭਾ ਨੇ ਪਾਸ ਕਰ ਦਿੱਤਾ yes, this man should be impeached. ਜੀ and ਜੀ। on it will be the first case in history yeah ਇੱਕ ਇੰਨੀ ਦੂਰ ਤੱਕ ਕੇਸ ਆ ਗਿਆ ਜੀ। ਇੱਕ ਜਿਹੜੀ ਜੀ ਅਸੀਂ ਦੇਖਦੇ ਹੈਗੇ ਆ ਕਿ ਵੇਵ ਆਈ ਹੈਗੀ ਹੈ ਇਨ ਫੇਵਰ ਆਫ ਐਂਟੀ ਕਰਪਸ਼ਨ ਐਂਡ ਆਲ ਥੀਸ ਥਿੰਗਸ, ਉਹ ਵੀ ਰੋਲ ਅਦਾ ਕਰ ਰਹੀ ਹੈ। ਵੈਰੀ ਬਿਗ ਰੋਲ ਇਨ ਜੀ। ਲੋਕ ਸਭਾ, ਬਿਕਾਜ਼ ਜੀ। ਜਿਹੜੇ ਲੈਜਿਸਲੇਚਰ ਵੀ ਹੈਗੇ ਆ, ਲੈਜਿਸਲੇਟਰ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੈਗੇ, ਦੇ ਫੀਲ ਦ ਪਲਸ ਆਫ ਦ ਪੀਪਲ। ਹਾਂਜੀ ਹਾਂਜੀ ਹਾਂਜੀ, ਮਤਲਬ ਗਲਤ ਟਾਈਮ ਦੇ ਉੱਤੇ ਉਹਨਾਂ ਦਾ ਕੇਸ ਆ ਗਿਆ, ਉਹਨਾਂ ਦੇ ਮੁਤਾਬਕ ਸਹੀ ਟਾਈਮ ਨਹੀਂ ਸੀ ਉਹਨਾਂ ਦਾ ਕੇਸ ਇੱਥੇ ਆਉਣ ਦਾ। ਜੀ। ਪੀਪਲ ਜਿਹੜੇ ਕਈ ਗੱਲਾਂ ਹੋਈਆਂ ਜਿਵੇਂ ਕਰਪਸ਼ਨ ਹੈਗੀ ਹੈ, ਦੂਸਰੀ ਹੈ, ਦਿਸ ਵਿਲ ਪਲੇ ਅ ਵੈਰੀ ਇੰਪੋਰਟੈਂਟ ਰੋਲ ਇਨ ਦ ਮਾਈਂਡਸੈਟ। ਜੀ ਜੀ। ਜਿਹੜੇ ਸਾਡੇ ਪਾਰਲੀਮੈਂਟ ਦੇ ਮੈਂਬਰਸ ਹੈਗੇ, ਉਹਨਾਂ ਦੇ ਮਨ ਦੇ ਵਿੱਚ ਇਹ ਜ਼ਰੂਰ ਗੱਲ ਹੋਏਗੀ ਜੀ ਕਿ ਵੀ ਵਿਲ ਟੇਕ ਦ ਡਿਸੀਜਨ ਆਫਟਰ ਥਿੰਕਿੰਗ ਅਬਾਊਟ ਜੀ ਐਵਰੀਥਿੰਗ। ਜੀ। ਇਹ ਜਸਟਿਸ ਸੈਨ ਦੀ ਅਸੀਂ ਇੱਕ ਤਸਵੀਰ ਵੀ ਦਿਖਾ ਰਹੇ ਹਾਂ ਔਰ ਕਲਕੱਤਾ ਹਾਈ ਕੋਰਟ ਦੀ ਤਸਵੀਰ ਹੈ। ਤੇ ਅਖੀਰ ਦੇ ਵਿੱਚ ਇਸ ਮਾਮਲੇ ਦੇ ਨਾਲ, ਇਹਦੇ ਤਲਕ ਦੇ ਹਵਾਲੇ ਨਾਲ ਅਸੀਂ ਚਾਹਾਂਗੇ, ਇੱਕ ਸਵਾਲ ਹੈ ਕਿ ਜਸਟਿਸ ਸੁਮਿਤਰਾ ਸੇਨ ਨੇ ਆਪਣੀ ਬਚਾਅ ਵਿੱਚ ਉਹਨਾਂ ਨੇ ਜਿਹੜੇ ਰਹਿ ਚੁੱਕੇ ਚੀਫ ਜਸਟਿਸ ਆਫ ਇੰਡੀਆ ਕੇ.ਜੀ. ਬਾਲਾਕ੍ਰਿਸ਼ਨਨ ਦਾ ਨਾਂ ਲਿਆ, ਹੋਰ ਵੀ ਉਹਨਾਂ ਨੇ ਕਈਆਂ ਨੂੰ ਇਹਦੇ ਵਿੱਚ ਲਪੇਟਣ ਦੀ ਜਾਂ ਸ਼ਾਮਲ ਕਰਨ ਦੀ, ਉਹਦਾ ਕੁਝ ਪ੍ਰਭਾਵ ਪਏਗਾ? ਜੀ, ਉਹਨਾਂ ਨੇ ਜਿਹੜੀ ਮੇਨ ਐਲੀਗੇਸ਼ਨ ਰੇਜ਼ ਕੀਤੀ ਹੈਗੀ ਹੈ ਅਗੇਂਸਟ, ਹੁਣ ਤੇ ਪਬਲਿਕ ਡੋਮੇਨ ਦੇ ਵਿੱਚ ਆ ਗਈ ਹੈ ਜੀ, ਕਿ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ, ਜਸਟਿਸ ਬਾਲਾਕ੍ਰਿਸ਼ਨਨ ਨੇ ਉਹਨਾਂ ਨੂੰ ਕਿਹਾ ਕਿ ਆਪ ਜੀ ਵੋਲੰਟਰੀਲੀ ਰਿਟਾਇਰ ਹੋ ਜਾਓ, ਕਿ ਤੁਹਾਡੇ ਅਗੇਂਸਟ ਕੇਸ ਨਹੀਂ ਹੋਏਗਾ। ਇਸੇ ਤਰ੍ਹਾਂ ਉਹਨਾਂ ਨੂੰ ਇੱਕ ਗੱਲ ਜਿਹੜੀ ਹੈਗੀ ਹੈ, ਅਸੀਂ ਸਾਰੇ ਦਸਤਾਵੇਜ਼ ਵੀ ਦੇਖੇ ਹੈ, ਇਹ ਤੇ ਗੱਲ ਜਿਹੜੀ ਪ੍ਰੈਜ਼ੀਡੈਂਟ ਨੇ, ਜੇ ਚੀਫ ਜਸਟਿਸ ਆਫ ਇੰਡੀਆ ਨੇ ਲੈਟਰ ਲਿਖੀ ਹੈ ਟੂ ਪ੍ਰਾਈਮ ਮਿਨਿਸਟਰ, ਉਹਦੇ ਵਿੱਚ ਵੀ ਸ਼ਾਮਿਲ ਹੈਗੀ ਹੈ। ਇਟ ਇਜ਼ ਨੋ ਨਥਿੰਗ ਨਿਊ। ਜੀ ਜੀ। ਇਹ ਜਿਹੜੀ ਡਿਫੈਂਸ ਹੈਗਾ, ਆਈ ਡੋਂਟ ਨੋ ਹਾਊ ਫਾਰ ਇਟ ਵਿਲ ਹੋਲਡ ਵਾਟਰ, ਜੀ, ਬਟ ਜਿਹੜੀ ਅਲਟੀਮੇਟ ਡਿਸੀਜਨ ਨਾਓ ਜੀ, ਵੀ ਆਰ ਲੁਕਿੰਗ ਐਟ ਦ ਲੋਕ ਸਭਾ। ਠੀਕ ਹੈ। ਇਸ ਤਰ੍ਹਾਂ ਉਹ ਇਹ ਕੇਸ ਨੂੰ ਲੈਣਗੇ, ਵੈਦਰ ਦੇ ਵਿਲ ਗੋ ਹੈਡ। 545 ਮੈਂਬਰਸ ਹੈਗੇ ਹੈ, ਜੀ, ਦੇ ਰਿਕੁਆਇਰਡ 2/3 ਮੈਜੋਰਿਟੀ। ਜੀ ਜੀ ਜੀ।
ਜਿਹੜੀ ਪ੍ਰੋਸੀਡਿੰਗ ਹੈਗੀ ਹੈ ਆਪਣੇ ਲੌਜੀਕਲ ਕੰਕਲੂਜਨ ਨੂੰ ਆਏਗੀ। ਜੀ ਜੀ, ਪਰ ਗੱਲ ਫਿਰ ਜਿਵੇਂ ਤੁਸੀਂ ਦੱਸੀ ਹੈ, ਇਸ ਵੇਲੇ ਕੋਈ ਵੀ ਜਿਹੜੀ ਪਾਰਟੀ ਹੈਗੀ ਹੈ ਉਹ ਪਬਲਿਕ ਦੀ ਦੇਖ ਕੇ ਪਲਸ ਨੂੰ ਦੇਖਦਿਆਂ ਹੋਇਆਂ ਉਹ ਸ਼ਾਇਦ ਇੰਨੀ ਦਲੇਰਾਨਾ ਔਰ ਆਪਣੀ ਮਰਜ਼ੀ ਦੇ ਨਾਲ ਇਹਨਾਂ ਦੇ ਹੱਕ ਵਿੱਚ ਖੜੇ ਹੋਣ ਦੀ ਹਿੰਮਤ ਨਾ ਜੁਟਾ ਸਕੇ, ਐਸਾ ਵੀ ਹੋ ਸਕਦਾ ਜੀ। ਬਿਲਕੁਲ, ਜਿਸ ਤਰ੍ਹਾਂ ਪਹਿਲੇ ਹੋਇਆ ਸੀ ਕਾਂਗਰਸ ਪਾਰਟੀ ਜੀ, ਜਦੋਂ ਜਸਟਿਸ ਰਾਮਾ ਸਵਾਮੀ ਦਾ ਕੇਸ ਆਇਆ 93 ਦੇ ਵਿੱਚ ਜੀ, ਉਹਨਾਂ ਨੇ ਇਹਨੂੰ ਅਬਸਟੇਨ ਕਰ ਗਏ ਸੀ ਫਰਮ ਵੋਟਿੰਗ। ਹਾਂਜੀ ਹਾਂਜੀ, ਬਿਲਕੁਲ। ਇਹ ਮੈਜੋਰਿਟੀ ਮਿਲੀ ਨਹੀਂ ਜੀ। ਐਂਡ ਦ ਕੇਸ ਫੈਲ ਡਾਊਨ। ਜੀ ਜੀ, ਆਲਦੋ ਇਟ ਵਾਸ ਅ ਵੈਰੀ ਠੀਕ, ਜਿਹੜੇ ਲੀਗਲ ਐਕਸਪਰਟਸ ਹੈਗੇ ਉਹਨਾਂ ਨੇ ਕਿਹਾ ਹੈ ਕਿ ਇਹ ਕੇਸ ਜਿਹੜਾ ਸੀਗਾ ਇਹ ਬਹੁਤ ਦੂਰ ਤੱਕ ਆਇਆ ਸੀ, ਬਟ ਇਹ ਜਿਹੜਾ ਕੇਸ ਹੈਗਾ ਦਿਸ ਹੈਜ਼ ਕਮ ਈਵਨ ਫਰਦਰ। ਜੀ, ਰਾਜ ਸਭਾ ਵਿੱਚ ਕਲੀਅਰ ਹੋ ਗਿਆ। ਜੀ ਜੀ ਜੀ। ਤੇ ਪਵਿੱਤ ਜੀ ਇਹ ਦੱਸੋ, ਇਹਦੇ ਬਾਰੇ ਅਖੀਰਲਾ ਸਾਡਾ ਜਿਹੜਾ ਸਵਾਲ ਹੈ ਕਿ ਜੇਕਰ ਇੱਥੇ ਇਹਨਾਂ ਦੇ ਬਾਰੇ ਮਤਾ ਪਾਸ ਹੋ ਜਾਂਦਾ ਹੈ, ਲੋਕ ਸਭਾ ਵੀ ਪਾਸ ਕਰ ਦਿੰਦੀ ਹੈ, ਤੇ ਕੋਈ ਉਹਨਾਂ ਕੋਲ ਹੋਰ ਕੋਈ ਚਾਰਾਜੋਈ ਹੈ ਜਾਂ ਇਹ ਕੇਸ ਅਖੀਰ ਤੇ ਪਹੁੰਚ ਗਿਆ? ਇਹ ਬਿਲਕੁਲ ਲਾਸਟ ਸਟ੍ਰॉ ਹੈਗੀ ਹੈ ਜੀ, which is ਠੀਕ ਹੈ, ਇੱਕ ਸਟੈਪ ਰਹਿ ਗਿਆ। ਲੋਕ ਸਭਾ ਅਗਰ ਕਲੀਅਰ ਕਰ ਜਾਏ then the impeachment becomes final ਜੀ, and it will be the first step in India's history that judge has been impeached by the parliament, because it's political decision ਵੀ ਹੈਗਾ। ਜੀ ਜੀ, political decision ਜਦ ਪੂਰੇ ਇੰਡੀਆ ਦੀ 2/3 representatives are saying ਜੀ, then it will attain the finality। ਜੀ, ਅੱਛਾ, ਤੁਹਾਡਾ ਇਸ ਸਾਰੇ ਲੀਗਲ ਮਾਮਲੇ ਦੇ ਵਿੱਚ ਸਾਰੀ ਜਾਣਕਾਰੀ ਦੇਣ ਦਾ ਔਰ ਆਮ ਸਧਾਰਨ ਭਾਸ਼ਾ ਦੇ ਵਿੱਚ ਜਿਹੜਾ ਡਾਇਸਪੋਰਾ ਹੈ ਉਹਨਾਂ ਨੂੰ ਦੇਣ ਦਾ ਬਹੁਤ ਬਹੁਤ ਧੰਨਵਾਦ। ਪਰ ਇੱਕ ਹੋਰ ਸਾਡਾ ਮਨ ਕਰਦਾ ਹੈ ਤੁਹਾਡੇ ਨਾਲ, ਅਸੀਂ ਤੁਹਾਡੀ ਜਿਹੜੀ ਪਛਾਣ ਹੈ, ਤੁਹਾਡੀ ਤਸਵੀਰਾਂ ਅਸੀਂ ਦੇਖੀਆਂ, ਉਹਦੇ ਵਿੱਚ ਜਿਹੜੀ ਤੁਹਾਡੀ ਪਹਿਲੀ ਤਸਵੀਰ ਔਰ ਹੁਣ ਦੀ ਜਿਹੜੀ ਤਸਵੀਰ ਅੱਜ ਜਿਹੜਾ ਤੁਹਾਡਾ ਸਾਬਤ ਸੂਰਤ ਸਰੂਪ ਵਾਲਾ ਜੇ ਚਿਹਰਾ ਹੈ, ਇਹਦੇ ਵਿੱਚ ਇਹ ਤਬਦੀਲੀ ਦਾ ਕਾਰਨ ਕੀ ਆਇਆ ਔਰ ਕਿੱਦਾਂ ਇਹ ਪ੍ਰੇਰਨਾ ਆਈ? ਇੱਕ ਕੇਸ ਸੀਗੇ ਜੀ, ਜਿਹੜੇ ਕੇਸ ਮੈਂ ਕਰ ਰਿਹਾ ਸੀਗਾ which is ਗੁਰਲੀਨ ਕੌਰ versus state of Punjab। ਜੀ, I was intervener in this case। ਜੀ, ਮੈਂ ਬੜੀ ਦੇਰ ਤੱਕ ਇਸ ਦੇ ਵਿੱਚ ਪੈਰਵੀ ਕੀਤੀ ਤੇ ਇਸ ਕੇਸ ਦੇ ਵਿੱਚ ਮੈਨੂੰ ਬੜਾ ਆਪਣਾ ਸੁਭਾਅ ਬੜਾ ਅੱਛਾ, ਮੈਂ ਆਪਣਾ ਗੁੱਡ ਫੋਰਚੂਨ ਮੰਨਦਾ ਕਿ ਮੈਂ ਜਦੋਂ ਕੇਸ ਪੜ੍ਹ ਰਿਹਾ ਸੀਗਾ ਉਹਦੇ ਵਿੱਚ ਰਿਸਰਚ ਕੀਤੀ, ਜਦ ਕੁਰਬਾਨੀਆਂ ਬਾਰੇ ਪੜ੍ਹਿਆ, ਇਤਿਹਾਸ ਬਾਰੇ ਪੜ੍ਹਿਆ, ਆਪਣੇ ਰਿਲੀਜਨ ਬਾਰੇ ਪੜ੍ਹਿਆ, ਉਹਦੇ ਨਾਲ ਮਨ ਦੇ ਵਿੱਚ, ਹਿਰਦੇ ਦੇ ਵਿੱਚ ਬਹੁਤ ਅਸਰ ਪਿਆ ਤੇ ਪਰਿਵਰਤਨ ਆਇਆ ਅੰਦਰੋਂ ਕਿ ਆਪਣੇ ਜਿਹੜੇ ਰਿਲੀਜੀਅਸ ਆਈਡੈਂਟੀਟੀ ਹੈਗੀ ਹੈ ਉਹ ਕਿੰਨੀ ਇੰਪੋਰਟੈਂਟ ਹੈ। ਐਂਡ ਉਹਦੇ ਅੰਦਰੋਂ ਵੀ ਫਿਰ ਅਹਿਸਾਸ ਹੋਇਆ ਜੀ, ਤੇ ਬਾਹਰ ਫਿਰ ਆਪਣੇ ਆਪ ਹੀ ਉਹਦਾ ਮੈਂ ਸਮਝਦਾ ਕਿ ਬੀਜ ਅੰਦਰ ਆ ਗਿਆ ਸੀ ਤੇ ਬਾਹਰ ਆਣਾ ਹੀ ਸੀ, ਉਹਦਾ ਇਫੈਕਟ ਹੋਣਾ ਹੀ ਸੀ। ਜੀ, ਇਹਦੇ ਵਿੱਚ ਜਿਹੜੇ ਡੀਬੀ ਦੇ ਜਿਹੜੇ ਬੈਂਚ ਦੇ ਜੱਜ ਸੀ ਉਹਨਾਂ ਦੇ ਵਿੱਚ ਵੀ ਤਬਦੀਲੀ ਆਈ? ਹਾਂਜੀ ਬਿਲਕੁਲ, ਬਲਕਿ ਮੈਨੂੰ ਸਵਾਲ ਵੀ ਪੁੱਛਿਆ ਜਦੋਂ ਕੇਸ ਚੱਲ ਰਿਹਾ ਸੀ, ਜਦੋਂ ਮੈਂ ਆਰਗਿਊ ਕਰ ਰਿਹਾ ਸੀ ਮੈਟਰ, ਤੇ ਇੱਕ ਜੱਜ ਸਾਹਿਬਾਨ ਨੇ ਸਵਾਲ ਪੁੱਛਿਆ ਕਿ ਤੁਸੀਂ ਆਪ ਹੀ ਆਪਣੇ ਆਪ ਨੂੰ ਸਿੱਖ ਸਮਝਦੇ ਹੋ? ਤੇ ਇਸ ਸਵਾਲ ਦਾ ਜਵਾਬ ਜਦ ਮੈਂ ਸੋਚਿਆ ਆਪਣੇ ਮਨ ਦੇ ਵਿੱਚ ਕੀ ਦਈਏ, ਤੇ ਉਸ ਟਾਈਮ ਮੈਂ ਆਪਣੇ ਫਿਰ ਮਨੋਂ ਸੋਚ ਕੇ ਇਹ ਕਿਹਾ ਕਿ ਇੱਕ ਸਿੱਖ ਹੋਣਾ ਬਹੁਤ ਹੀ ਮੁਸ਼ਕਿਲ ਹੈ, ਬਿਕੋਜ਼ ਇਹ ਆਪਣੇ ਆਪ ਨੂੰ ਸਿੱਖ ਕਹਿਲਾਣਾ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈਗੀ ਹੈ ਐਂਡ ਇਟ ਰਿਕੁਆਇਰਸ, ਅਸੀਂ ਸਿੱਖ ਨਹੀਂ ਹੈਗੇ ਆ ਜਦ ਤੱਕ ਅਸੀਂ ਪੂਰੀ ਤਰ੍ਹਾਂ ਗੁਰੂ ਸਾਹਿਬ ਦੇ ਸਾਬਤ ਸੂਰਤ ਨਹੀਂ ਉਹਨਾਂ ਨੂੰ ਫੋਲੋ ਨਹੀਂ ਕਰਦੇ ਅੱਛੀ ਤਰ੍ਹਾਂ। ਤੇ ਜਦ ਇਹੋ ਜਿਹੇ ਸਵਾਲ ਮਨ ਦੇ ਵਿੱਚ ਉੱਠਦੇ ਨੇ ਜੀ, ਤੇ ਫਿਰ ਮਨ ਦੇ ਵਿੱਚ ਮਨ ਨੂੰ ਸੋਚਣਾ, ਮਨ ਸੋਚਣ ਨੂੰ ਮਜਬੂਰ ਹੋ ਜਾਂਦਾ ਹੈ। ਫਿਰ ਉਹਦੇ ਬਾਅਦ ਮੈਂ ਦੇਖਿਆ ਕਿ ਕਈ ਵਾਰੀ ਮਨ ਦੇ ਵਿੱਚ ਇੰਨਾ ਪਰਿਵਰਤਨ ਆ ਜਾਂਦਾ ਹੈ ਕਿ ਦਿਲ ਕਰਦਾ then it is not something ਜਿਹੜਾ ਆਪਣੇ ਕੰਟਰੋਲ 'ਚ ਰਵੇ ਤੇ ਅਸੀਂ ਬਸ ਉਸੇ ਫਲੋ ਦੇ ਵਿੱਚ ਚੱਲ ਜਾਂਦੇ ਹਾਂ। ਇਸ ਕੇਸ ਨਾਲ ਮੈਨੂੰ ਵੀ ਜੁੜੇ ਰਹਿਣ ਦਾ ਮੌਕਾ ਮਿਲਿਆ ਔਰ ਮੈਂ ਵੇਖਿਆ ਕਿਸ ਤਰੀਕੇ ਨਾਲ ਮਿਸਟਰ ਸਿੱਬਲ, ਦੀਪਕ ਸਿੱਬਲ ਔਰ ਮਿਸਟਰ ਗੁਪਤਾ ਨੇ ਜਿਹੜੇ ਯੂਟੀ ਦੇ ਵਕੀਲ ਸੀ, ਕਿਵੇਂ ਉਹਨਾਂ ਨੇ ਦਰਜਨਾਂ ਹੀ ਕਿਤਾਬਾਂ ਲਿਆ ਕੇ ਹਵਾਲੇ ਦਿੱਤੇ ਔਰ ਉਹ ਕੋਰਟ ਨਹੀਂ ਸੀ ਲੱਗ ਰਹੀ, ਇੱਦਾਂ ਲੱਗ ਰਿਹਾ ਸੀ ਜਿਵੇਂ ਕੋਈ ਜਲਸਾ, ਧਾਰਮਿਕ ਜਲਸਾ ਹੁੰਦਾ ਔਰ ਉਹ ਇੱਕ ਬੜਾ ਇਤਿਹਾਸਕ ਜਿਹੜਾ ਫੈਸਲਾ ਜੱਜਸ ਦਾ ਹੈ ਔਰ ਆਮ ਤੌਰ ਦੇ ਉੱਤੇ ਅਦਾਲਤੀ ਕੰਮ ਅਦਾਲਤੀ ਤੌਰ 'ਤੇ ਚੱਲਦਾ ਹੈ,
पर जे अदालत भी किसी ਨੂੰ सही तौर पर अगर प्रेरणा कर सके, ये वाहिगुरू की बड़ी एक विचित्र किरपा कही जा सकती है। तुसी बहुत वधाई दे पात्र हो और आस है कि ये चीज़ नूं तुसी जारी रखोगे। और जिहड़ा तुसी इस प्रोग्राम में शामिल होने लई समा दिता, जस पंजाबी दे परिवार वालों सारियां दर्शकों वालों तुहाडा बहुत बहुत असी धन्यवाद करते हैं। जे इस माध्यम राहीं तुसी कोई सुनेहा देना चाहते हो दर्शकों नूं नॉर्थ अमेरिका दे, ते तुसी की सुनेहा देना चाहोगे? जी, ये जिहड़े केस ने जी, जिहड़े आया सी केस गुरलीन कौर दा जी, एक चीज़ जरूर मन दे विच आई सीगी कि जिहड़ी सिੱਖੀ हैगी है, जिहड़ा अपने विचार है जी रिलीजियस, ये अंदरों बाहर मैं देखा है कि जब अंदरों परिवर्तन आपे आ जाए तो बाहर परिवर्तन आना लाजमी है। कई लोग कहते हैं कि बाहरों अंदर आए तो बेटर है। मैं ये समझना कि जो अंदरों बाहर गुरु साहब की टीचिंग असी अप्लाई करते हैं अपनी लाइफ के विच, ऑटोमैटिकली बाहर आना लाजमी है, तो वो परमानेंट चेंज मैं समझना आ सकती है बंदे की लाइफ के विच। जी जी, बाकी सारे दर्शकों को बहुत बहुत धन्यवाद जी। ठीक है, बहुत बहुत तुहाडा धन्यवाद और शुक्रिया। और कभी उस केस बारे आप नाल विस्तार सहित विचार करांगे, क्योंकि उहदे विच बहुत कुछ साडा इतिहासक विरसा उस केस ने सांभ के रखा है, जिहड़ा हुण के एक अदालती दस्तावेज़ है। बहुत बहुत शुक्रिया, धन्यवाद और सत श्री अकाल। दर्शकों, हुण एक समा है छोटे जे ब्रेक का। तुसी सानू ब्रेक के बाद कॉल कर सकते हो 7187865221 के उत्ते। असी तुहाडे फोन का इंतजार करांगे। जस पंजाबी के सूझवान दर्शकों का वक्फे के बाद निੱਘਾ स्वागत है। तुहाडे विचार बहुत अहम हैं। हेलो जी जी, कौन बोल रहे जी? बसीन बोल रहा वीर जी। वाहिगुरू खालसा वाहिगुरू जी की फतेह। की हाल है बसीन साहब जी? आज सब ठीक जी। ते मैं वही दसना चाहना उन्हें हजारे बारे जी। ना हजारा तो जेपी दी तुसी जो मुकाबला किया जी, उहदे च फर्क है। उन्हें सिर्फ सत्ता नूं हटाया सी जी जेपी दे वक्त जी। इन्हां जिहड़ा भ्रिष्टाचार की सारा नूं कोई पार्टी नहीं कुछ नहीं, सब नहीं जिहड़े भ्रष्टाचार है उन्हां नूं उठाना। ठीक है, और इसी करके इसने पहला जज वाली होने खड़ी पाई है ना जी जी। करके इन्होंने अन्ना जी ने कहा सी जज साहब नूं भी जूरिस्ट जिहड़े है ना जज भी वो भी इसी लोकपाल बिल के अंदर आन, ठीक है, ताकि उन्होंने जड़े प्रश्न होण उन्होंने इजी हटाया जा सके और सब कुछ किया जाए। ठीक है, बहुत बहुत धन्यवाद तुहाडा, शुक्रिया। हेलो जी हाँ जी, कौन बोल रहे जी? जी कौन जी? हाँ जी हाँ जी, राजकुमार जी जी आया नो जी। मैं सुन रहा थी जी। मैं तो कहूँगा कि बैटर ये है कि जे अपना सोचिया पूछा जाए कि किस मुद्दे की गल की जाए, वोटिंग करवा के या कुछ ऐसा नवा जो साडा चल रहा सिस्टम है ना जी जी चल रहा जी, क्यों नहीं कोई मुद्दा ऐसा लियाते जो कि जनता लोगों भी पता लगे कि ठीक है मुद्दा जो उत्थे वोटिंग करवा के लिया जाए जी। ना कि मैं तो कहूँगा कि ਅਸੀਂ ਤੇ ਪਿੱਛ ਲੱਗੂ ਹੈਗੇ ਪੰਜਾਬੀ ਜੋ ਕੋਈ ਸਾਡੇ ਢੋਲ ਦਿੱਤਾ ਗੱਲ ਨਹੀਂ ਠੀਕ ਹੈ, ਠੀਕ ਹੈ, ਉਹੀ ਮੰਨ ਲੈਂਦੇ ਹਾਂ। ਬਟ ਇਹ ਚਾਹੀਦਾ ਇਹ ਹੈ ਕਿ ਮੁੱਦਾ ਉਹ ਜਿਹੜਾ ਸਾਰਿਆਂ ਨੂੰ ਚੰਗਾ ਲੱਗੇ। ਠੀਕ ਹੈ, ਤੁਸੀਂ ਇਦਾਂ ਕਰੋ, ਬਿਲਕੁਲ ਤੁਸੀਂ ਆਪਣੀ ਰਾਏ ਜ਼ਰੂਰ ਸਾਨੂੰ ਈਮੇਲ ਕਰ ਦੇਣਾ ਜਾਂ ਦੱਸ ਦੇਣਾ, ਤੁਹਾਡੇ ਮੁੱਦੇ ਅਸੀਂ ਜ਼ਰੂਰ ਲੈ ਕੇ ਆਵਾਂਗੇ। ਬਹੁਤ ਬਹੁਤ ਧੰਨਵਾਦ। ਹੈਲੋ हाँ जी, वाहिगुरू खालसा वाहिगुरू फतेह जी। वाहिगुरू जी की फतेह। कौन बोल रहे जी? हाँ, प्यारा सिंह बोल रहा जी मिसिसिपी ਤੋਂ। जी जी जी, प्यारा सिंह जी। हाँ जी, बेनती है मैं जिवें एडवोकेट पुरीत सिंह ਨੂੰ ਲੈ ਕੇ ਆਏ ਹੋ ਟੀਵੀ ਤੇ ਇੰਟਰਵਿਊ ਵਾਸਤੇ जी ਕਿ ਪਤੀ ਤੋਂ ਸਿੰਘ ਸਜੇ ਜੀ ਉਹ ਸਭ ਸੂਰਤ ਹੋਏ जी। ਇਸ ਤਰ੍ਹਾਂ ਦੇ ਹੋਰ ਵੀ ਕੇਸ ਪਤਾ ਕਰੋ ਪੰਜਾਬ ਜਾਂ ਹੋਰ ਹਿੰਦੁਸਤਾਨ ਦੇ ਵਿੱਚੋਂ ਇਹੋ ਜਿਹੇ ਜਿਹੜੇ ਗੁਰਮੁਖ ਬਣਨਾ ਚਾਹੁੰਦੇ ਆ, ਸਭ ਸੂਰਤ ਹੋਣਾ ਚਾਹੁੰਦੇ ਆ, ਉਹ ਆਪਣੇ ਇੰਟਰਵਿਊ ਦੇਣ ਕੀ ਕੇਸ ਹੋਇਆ, ਕੀ ਉਹ ਜਿਹੜਾ
ਚਾਂਸ ਸੀ ਜਿੱਥੋਂ ਉਹ ਤਬਦੀਲ ਹੋਏ, ਉਹ ਸਾਰੀ ਸਟੋਰੀ ਆਪਣੇ ਇੱਥੇ ਸਾਂਝੀ ਕਰ। ਜ਼ਰੂਰ, ਉਹ ਤੇ ਅਸੀਂ ਕਰਾਂਗੇ, ਪਰ ਇਹ ਅਸਲ ਵਿੱਚ ਮੁੱਖ ਮੁੱਦਾ ਤੇ ਉਹਨਾਂ ਦਾ ਬਤੌਰੇ ਵਕੀਲ ਦੇ ਚੌਕੇ ਉਸ ਕੇਸ ਵਿੱਚ ਇਨਵੋਲਵਡ ਸਨ, ਔਰ ਉਹ ਜੋ ਕੁਝ ਪ੍ਰੋਸੀਡਿੰਗਸ ਹੋਈਆਂ ਅਸੀਂ ਉਸ ਕੇਸ ਬਾਰੇ ਜ਼ਰੂਰ ਕਰਾਂਗੇ। ਉਹ ਚਲਦੇ ਚਲਦੇ, ਕਿਉਂਕਿ ਸਾਡੇ ਕੋਲ ਤਸਵੀਰਾਂ ਉਹਨਾਂ ਦੀਆਂ ਦੋਨੋਂ ਸੀਗੀਆਂ, ਸੋ ਫਿਰ ਉਹਨਾਂ ਨੂੰ ਅਸੀਂ ਪੁੱਛ ਲਿਆ ਕਿ ਤੁਸੀਂ ਇਹਦੇ ਬਾਰੇ ਵੀ ਜ਼ਰੂਰ ਸਾਡੇ ਨਾਲ। ਜੀ ਹੋਇਆ, ਪਰ ਸਾਨੂੰ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਦੀ ਲੋੜ ਹੈ ਜੀ ਜਸਟਿਸ ਦੇ ਥਰੂ ਆਪਾਂ ਕਰੀਏ ਕੁਝ। ਜੀ ਜੀ, ਬਲਕਿ ਉਹ ਜਿਹੜਾ ਕੇਸ ਸੀ ਨਾ ਜੀ, ਮੈਂ ਤੁਹਾਨੂੰ ਦੱਸਾਂ, ਜਿਸ ਵੇਲੇ ਬਲਕਿ ਕਹਿਣ 'ਚ ਕੋਈ ਇਤਰਾਜ਼ ਨਹੀਂ, ਸ਼੍ਰੋਮਣੀ ਕਮੇਟੀ ਦਾ ਜਿਹੜਾ ਵਕੀਲ ਸੀ ਉਹ ਵੀ ਪੂਰਾ ਨਹੀਂ ਸੀ, ਸਾਬਤ ਸੂਰਤ ਨਹੀਂ ਸੀ, ਤੇ ਜੱਜ ਨੇ ਬਲਕਿ ਉਸ ਨੂੰ ਵੀ ਪੁੱਛਿਆ, ਦੈਨ ਮਿਸਟਰ ਸੋ ਐਂਡ ਸੋ ਵਾਟ ਆਰ ਯੂ? ਉਹ ਕਹਿਣ ਲੱਗਾ, ਮੀ ਲਾਰਡ ਆਈ ਐਮ ਪਤਿਤ, ਬਟ ਵਿਦ ਦੀ ਗ੍ਰੇਸ ਆਫ ਦੀ ਗॉड ਆਈ ਵਿਲ ਬੀ ਆਲ ਰਾਈਟ ਵਨ ਡੇ। ਔਰ ਇਹ ਜਿਹੜੀ ਤਬਦੀਲੀ ਉਸ ਕੇਸ ਨੇ ਜਿਹੜੀ ਲੈ ਕੇ ਆਂਦੀ ਹੈ, ਇਹ ਬਹੁਤ ਹੀ ਕਮਾਲ ਦੀ। ਉਹ ਸਾਰੇ ਜ਼ਰੂਰ ਇਹ ਕਿਰਪਾ ਕਰਨਾ, ਉਹ ਜਿਹੜਾ ਜਿਸ ਤਰ੍ਹਾਂ ਹੋਇਆ ਸੀ ਉਹ ਸਾਰਾ ਉਹਨੂੰ ਇੰਸਨੇਟ ਸਮਝ ਲਓ ਜਾਂ ਕਿਸ ਤਰ੍ਹਾਂ ਵੀ ਸਾਨੂੰ ਪ੍ਰੇਰਨਾ ਬਹੁਤ ਦੇਗਾ, ਉਹ ਜ਼ਰੂਰ ਲੈ ਕੇ ਆਓ। ਬਲਕਿ ਜਿਸ ਵੇਲੇ ਮਿਸਟਰ ਦੀਪਕ ਸਿੱਬਲ ਉਹਨਾਂ ਨੇ ਉਹ ਅਰਦਾਸ ਪੂਰੀ ਪੜ੍ਹ ਕੇ ਉੱਥੇ ਸੁਣਾਈ ਕਿ ਜਿਹੜੇ ਚਰਖੜੀਆਂ ਤੇ ਚੜੇ ਆਰਿਆਂ ਨਾ ਚਰਾਏ, ਕੀਮਾ ਕੀਮਾ ਕੀਤੇ ਗਏ, ਉਹ ਸਾਰਾ, ਔਰ ਉਹਨਾਂ ਦੀਆਂ ਅੱਖਾਂ ਭਰ ਆਈਆਂ ਤੇ ਕਹਿਣ ਲੱਗੇ, ਜੱਜ ਸਾਹਿਬ ਇਹ ਕਿਸ ਲਈ? ਸਿਰਫ ਕੇਸਾਂ ਲਈ। ਹਾਲਾਂ ਉਹ ਗੈਰ ਸਿੱਖ ਹੈ, ਪਰ ਉਹ ਦੱਸਦਿਆਂ ਦੱਸਦਿਆਂ ਇਤਨੇ ਭਾਵਪੂਰਿਤ ਹੋ ਗਏ। ਔਰ ਮਿਸਟਰ ਗੁਪਤਾ ਜਿਹੜੇ ਯੂਟੀ ਦੇ ਵਕੀਲ ਸੀ, 250-300 ਕਿਤਾਬਾਂ ਲੈ ਕੇ ਉਹ ਗਏ, ਔਰ ਇੱਕ ਹਫ਼ਤਾ ਕੇਸਾਂ ਦੇ ਮੁਤਲਕ ਬੋਲਦੇ ਰਹੇ। ਅਖੀਰ ਦੇ ਵਿੱਚ ਜੱਜਸ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਤੁਸੀਂ ਇਹ ਕਿਤਾਬਾਂ ਦੀ ਲਿਸਟ ਸਾਨੂੰ ਦੇ ਦਿਓ, ਸਾਡੀ ਲਾਇਬ੍ਰੇਰੀ ਵਿੱਚ ਚਾਹੀਦੀਆਂ। ਔਰ ਜੱਜ ਨੇ ਜਿਹੜਾ ਹੈਗਾ ਉਹ ਫੈਕਟ ਐਂਡ ਫਿਗਰ ਲੈ ਕੇ ਪੂਰੀ ਸਟੋਰੀ ਜਿਹੜੀ ਹੈ ਉਹ ਪੂਰੇ ਸਾਡੇ ਜਨਤਾ ਨੂੰ ਸੁਣਾਓ, ਤਾਂ ਕਿ ਸਾਡੇ ਤੇ ਅਸਰ ਪਵੇ। ਅਸਲ ਹੈ ਕਿ ਅਸਲ ਦੇ ਲਾਗੇ ਅਸੀਂ ਹੋਈਏ। ਜੀ ਜੀ, ਔਰ ਬਲਕਿ ਉਹ ਜਿਹੜੀ ਜੱਜ ਵੀ ਜਿਹੜੇ ਸੀ, ਉਹਨਾਂ ਨੇ ਵੀ ਫੈਸਲੇ 'ਚ ਲਿਖਿਆ ਕਿ ਜਦੋਂ ਕੇਸ ਸ਼ੁਰੂ ਹੋਇਆ ਸੀ ਮੈਨੂੰ ਨਹੀਂ ਸੀ ਅਹਿਸਾਸ ਕਿ ਇਹ ਸਿੱਖੀ ਕੀ ਚੀਜ਼ ਹੈ, ਅੱਜ ਮੈਨੂੰ ਪਤਾ ਲੱਗ ਗਿਆ, ਔਰ ਉਹ ਵੀ ਉਹਨਾਂ ਵਿੱਚ ਵੀ ਤਬਦੀਲੀ ਆ ਗਈ। ਸੋ ਇਹ ਇੱਕ ਕਿਸਮ ਦੀ ਜਿਹਨੂੰ ਕਹਿ ਲਓ ਕਿ ਵਾਹਿਗੁਰੂ ਦੀ ਅਦ੍ਰਿਸ਼ ਕਲਾ ਜਿਹੜੀ ਹੈ ਉਹ ਵਾਪਰਦੀ ਹੈ। ਔਰ ਹਿਸਟੋਰੀਕਲ ਇੱਕ ਜਿਹੜਾ ਚਾਂਸ ਬਣ ਗਿਆ ਸਿੱਖਣ ਦਾ। ਜੀ 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 ਜੀ, ਸੋ ਤੁਹਾਡਾ ਬਹੁਤ ਜ਼ਰੂਰ ਉਜਾਗਰ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਸਾਰੇ ਮੁੱਦੇ ਨੂੰ ਲੈ ਕੇ ਆਈਏ, ਪਰ ਜਿਹੜਾ ਅੱਜ ਦਾ ਸਾਡਾ ਮੁੱਖ ਮੁੱਦਾ ਸੀ ਉਹ ਹੈਗਾ ਸੀ ਜੱਜਸ ਦੀ ਕਰਪਸ਼ਨ ਦਾ। ਔਰ ਇਹ ਇੱਕ ਐਸੇ ਸਮੇਂ ਦੇ ਉੱਤੇ ਆਇਆ ਜਦੋਂ ਕਿ ਦੇਸ਼ ਦੇ ਵਿੱਚ ਭ੍ਰਸ਼ਟਾਚਾਰ ਦਾ ਮੁੱਦਾ ਇੱਕ ਬਹੁਤ ਵੱਡਾ, ਇੱਕ ਅਹਿਮ ਮਸਲਾ ਬਣ ਕੇ ਪੇਸ਼ ਹੋਇਆ। ਸਾਰੀਆਂ ਪਾਰਟੀਆਂ, ਕੋਈ ਵੀ ਪਾਰਟੀ ਇਸ ਤੋਂ ਬਚੀ ਨਹੀਂ, ਕੋਈ ਵੀ ਇਸ ਮੁੱਦੇ ਦੇ ਉੱਤੇ ਐਸੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਿਹੜੀ ਕਿ ਉਹ ਨਜ਼ਰ ਆਏ ਕਿ ਸ਼ਾਇਦ ਇਹ ਉਹਦੇ ਖਿਲਾਫ ਹੈ ਜਾਂ ਉਹ ਭ੍ਰਸ਼ਟਾਚਾਰ ਨੂੰ ਨਹੀਂ ਹਟਾਉਣਾ ਚਾਹੁੰਦੇ। ਸੋ ਸਾਡੀ ਕੋਸ਼ਿਸ਼ ਸੀ ਕਿ ਅਸੀਂ ਇਸ ਗੰਭੀਰ ਮੁੱਦੇ ਦੇ ਉੱਤੇ ਜਿਹੜਾ ਜੱਜਸ ਦਾ ਮੁੱਦਾ ਸੀਗਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕਾਫੀ ਪ੍ਰਭਾਵ ਪਏਗਾ, ਔਰ ਇਹ ਜਿਹੜੇ ਚਾਰ ਥੰਮ ਹਨ ਇਹਨਾਂ ਦੇ ਤਾਲਮੇਲ ਔਰ ਇਹਨਾਂ ਦੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਕੀ ਸਿਸਟਮ ਔਰ ਕਿੱਥੇ ਤੱਕ ਹੋਣਾ ਹੈ। ਸੋ ਇਹ ਇੱਕ ਬਹੁਤ ਅਹਿਮ ਮਸਲੇ ਨੂੰ ਅਸੀਂ ਆਪ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੈਲੋ ਜੀ, ਹੈਲੋ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਕੌਣ ਬੋਲ ਰਹੇ ਜੀ? ਹੈ ਜੀ, ਗੁਰਬਖਸ਼ ਸਿੰਘ ਵਰਜੀਨੀਆ ਤੋਂ। ਜੀ ਵੀਰ ਜੀ ਬੋਲੋ। ਮੇਰਾ ਸਵਾਲ ਸੀ ਕਿ ਇਹ ਜਿਹੜਾ ਕੇਸ ਹੋਇਆ ਕੋਰਟ ਦੇ ਵਿੱਚ, ਇਹਦੀ ਕੋਈ ਵੀਡੀਓ ਫੁਟੇਜ ਅਵੇਲੇਬਲ ਹੈਗੀ ਹੈ? ਕੋਰਟ ਦੇ ਵਿੱਚ ਤੁਸੀਂ ਫੋਟੋਗ੍ਰਾਫੀ ਅਲਾਉਡ ਨਹੀਂ ਹੈਗੀ। ਅੱਛਾ, ਨਾ, ਬਿਲਕੁਲ ਨਹੀਂ ਅਲਾਉਡ ਹੈਗੀ। ਪਰ ਉਹ ਸਾਰਾ ਮੈਟਰ ਲਿਖਤੀ ਤੌਰ ਦੇ ਉੱਤੇ ਤਕਰੀਬਨ 200 ਪੇਜ ਦੀ ਉਹਨਾਂ ਦੀ ਸਫੇ ਦੀ ਜੱਜਮੈਂਟ ਹੈ, ਔਰ ਉਹਦੇ ਵਿੱਚ ਉਹਨਾਂ ਨੇ ਮਤਲਬ ਜਿਹੜੀ ਕਮਾਲ ਦੀਆਂ ਜਿਹੜੇ ਹਵਾਲੇ ਹੈ ਉਹ ਸਾਰੇ ਦਿੱਤੇ ਗਏ ਹੈ। ਔਰ ਆਪਣੀ ਤਰਫੋਂ ਜਿਹੜਾ ਐਜ਼ ਇੱਕ ਪੇਪਰ ਮੈਂ ਵੀ ਦਿੱਤਾ ਸੀ, ਉਹ ਵੀ ਉਹਦਾ ਰਿਕਾਰਡ ਕੋਸ਼ਿਸ਼ ਕਰਾਂਗੇ ਅਸੀਂ ਉਹਨੂੰ ਮਿਲ ਵੀ ਜਾਏਗਾ। ਤੁਸੀਂ ਸਾਨੂੰ ਈਮੇਲ ਕਰੋ ਔਰ ਅਸੀਂ ਤੁਹਾਨੂੰ ਸਾਰਾ ਮੈਟਰ ਜਿਹੜਾ ਪ੍ਰੋਵਾਈਡ ਕਰਾਂਗੇ। ਜੀ ਵਾਹਿਗੁਰੂ। ਸੋ ਪਿਆਰੇ ਦਰਸ਼ਕੋ, ਇਹ ਸੀ ਅੱਜ ਦੇ ਮੁੱਦੇ ਦੇ ਉੱਤੇ। ਉਹਦੇ ਨਾਲ ਉਹ ਦੂਜਾ ਪਵਿੱਤ ਸਿੰਘ ਜੀ ਦਾ ਉਹਦੇ ਨਾਲ ਜੁੜ ਗਿਆ। ਸੋ ਸਮਾਂ ਹੈ ਹੁਣ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦਾ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ
info@justpunjabi.com या lamba@justpunjabi.com ਦੇ ਉੱਤੇ। और एक होर प्रोग्राम मुद्दा लैके कल फिर मुड़ हाज़र होवांगे 8:30 बजे ईस्टर्न टाइम। तद तक इजाज़त दो। बहुत बहुत धन्यवाद, शुक्रिया।